ਕਰਦਿਆਂ ਨੂੰ 50 ਸਾਲ ਹੋ ਗਏ खेती ਕਰਦਿਆਂ ਨੂੰ ਤੇ ਮੇਰੀ ਸਭ ਤੋਂ ਵੱਡੀ ਇੰਸਪੀਰੇਸ਼ਨ ਮੇਰੇ ਫਾਦਰ ਨੇ ਜੀ। ਪ੍ਰੋਜੈਕਟ ਲੱਗੇ ਦੇ ਬਾਰੇ ਤੁਹਾਨੂੰ ਜਾਣਕਾਰੀ ਦਿਓ ਵੀ ਇਹ ਕੀ ਚੀਜ਼ ਆ, ਇਹ ਕੰਮ ਕਿੱਦਾਂ ਕਰਦਾ, ਕਿਹੜੀਆਂ ਫਸਲਾਂ ਤੁਸੀਂ ਉਗਾ ਸਕਦੇ ਹੋ, ਉਹਨੂੰ ਮੇਨਟੇਨ ਕਰਨ ਦਾ ਕਿੰਨਾ ਕੁ ਖਰਚਾ। ਇਹਨੂੰ ਆਪਾਂ NFT ਸਿਸਟਮ ਕਹਿੰਦੇ, ਨਿਊਟਰੀਐਂਟ ਫਿਲਮ ਟੈਕਨੋਲੋਜੀ। ਇਹਦੇ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਆਪਾਂ ਮਲਟੀ ਲੇਅਰ ਜਾ ਸਕਦੇ ਹਾਂ। ਟਿਊਬਸ ਵਗੈਰਾ ਇਹ ਲੱਗੀਆਂ ਹੋਈਆਂ ਨੇ, ਇਹ ਸਟੱਫ ਕਿਹੜਾ ਆ, ਇਹਦਾ ਵੀ ਕੋਈ ਫਰਕ ਹੁੰਦਾ? ਇਹ ਫੂਡ ਗ੍ਰੇਡ ਪਲਾਸਟਿਕ ਹੁੰਦਾ ਜੀ, ਜਿਹੜੀ ਆਪਾਂ ਬਾਹਰ ਸੂਰਜ ਤੋਂ ਰੋਸ਼ਨੀ ਪਲਾਂਟ ਲੈਂਦਾ, ਇੱਥੇ ਇਹ ਗਰੋ ਲਾਈਟਸ ਤੋਂ ਲੈਂਦਾ। ਇਹ ਲਾਈਟ ਸਵੇਰੇ 7 ਵਜੇ ਆਪਣੇ ਆਪ ਔਨ ਹੋ ਜਾਂਦੀ ਹੈ। ਆਰਟੀਫਿਸ਼ੀਅਲ ਲਾਈਟ ਦੇ ਵਿੱਚ ਵੀ ਨੈਚੁਰਲ ਲਾਈਟ ਨਾਲੋਂ ਵਧੀਆ ਗਰੋਥ ਆਈ ਹੋਈ। ਸੀਰੀ ਇਹ ਹੈ ਜੀ ਮੇਰਾ, ਹਾਂਜੀ। ਇਹਨੂੰ ਆਪਾਂ ਹਾਰਟ ਆਫ ਦਾ ਫਾਰਮ ਕਹਿ ਸਕਦੇ ਹਾਂ। ਸਭ ਤੋਂ ਵੱਡਾ ਚੈਲੰਜ ਜਿਹੜਾ ਹਾਈਡਰੋਪੋਨਿਕਸ ਦੇ ਵਿੱਚ ਅੱਜ ਹੈਗਾ ਉਹ ਕੈਪੀਟਲ ਦਾ ਹੀ ਹੈ। ਤੁਹਾਨੂੰ ਪਹਿਲਾਂ ਆਪਦਾ ਟਾਰਗੇਟ ਕਸਟਮਰ ਲੱਭਣਾ ਕਿ ਤੁਸੀਂ ਉਹ ਕਿਹਨੂੰ ਇਹ ਚੀਜ਼ ਵੇਚਣੀ ਹੈ, ਕਿਉਂਕਿ ਹਾਈਡਰੋਪੋਨਿਕਸ ਲਈ ਕੋਈ ਸਪੈਸ਼ਲ ਮੰਡੀ ਨਹੀਂ ਹੈਗੀ। ਕਲਟ ਮੇਰਾ ਬ੍ਰਾਂਡ ਹੈ ਜੀ, ਇਹ ਸਾਡਾ ਸਟਾਰਟਅਪ ਹੈ ਤੇ ਅੱਜ ਦੀ ਡੇਟ 'ਚ ਮੈਨੂੰ ਇਹ ਪ੍ਰੋਜੈਕਟ ਅਰਾਊਂਡ 40% ਦੀ ਰਿਟਰਨ ਦੇ ਰਿਹਾ ਜੀ। ਇਹ ਘਾਟੇ ਵਾਲਾ ਸੌਦਾ ਨਹੀਂ ਜੀ, ਤਾਂ ਵਿਦਿਨ 3 ਇਅਰਸ ਮੈਂ ਬ੍ਰੇਕ ਈਵਨ ਤੇ ਆ ਜਾਵਾਂਗਾ। ਮੈਨੂੰ 2 ਸਾਲ ਪਹਿਲਾਂ PR ਮਿਲ ਗਈ ਸੀ, ਮੈਂ ਕੈਨੇਡੀਅਨ ਰੈਜ਼ੀਡੈਂਟ ਹਾਂ। ਮੈਂ ਸਿਰਫ 2 ਹਫ਼ਤੇ ਲਈ ਗਿਆ ਸੀ ਤੇ ਮੈਂ ਐਂਟਰੀ ਐਗਜ਼ਿਟ ਕਰਕੇ ਵਾਪਸ ਆ ਗਿਆ ਸੀਗਾ। ਮਿਸਾਲ ਕਾਇਮ ਕੀਤੀ ਹੈ ਪੰਜਾਬ ਦੇ ਵਿੱਚ ਕਿ ਜਿਹੜੀਆਂ ਟੈਕਨੀਕਸ ਜਿਹੜੀਆਂ ਖੇਤੀ ਬਾਹਰਲੇ ਮੁਲਕਾਂ 'ਚ ਹੋ ਸਕਦੀ ਹੈ, ਪੰਜਾਬ 'ਚ ਵੀ ਹੋ ਸਕਦੀ ਹੈ। ਜੇ ਸਾਨੂੰ ਰੇਟ ਮਿਲੇ ਤੇ ਅਸੀਂ ਕੁਝ ਵੀ ਗਰੋ ਕਰ ਸਕਦੇ ਹਾਂ। 276 ਮਾਡਲ ਹੈ ਜੀ, ਮਤਲਬ 276 ਆਉਂਦਾ ਸੀ ਮਾਡਲ ਨੰਬਰ। ਇਹ 37.5 ਹਾਰਸ ਪਾਵਰ ਹੈ। ਜਿਹੜੀ ਮਹਿੰਦਰਾ 275 ਆਉਂਦਾ ਸੀ ਉਹ ਇਹਨੂੰ ਦੇਖ ਕੇ ਬਣੇ ਸੀਗੇ ਮਹਿੰਦਰਾ। ਵਿਜ਼ਨ ਪੰਜਾਬ TV ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਲੈ ਕੇ ਹਾਜ਼ਰ ਪ੍ਰੋਗਰਾਮ ਆਂਦਾ ਤੇ ਅੱਜ ਮੈਂ ਹੋਇਆ ਅਭਿਆਨਾ ਨੰਗਲ। ਇਹ ਪਿੰਡ ਜਦੋਂ ਆਪਾਂ ਰੋਪੜ ਤੋਂ ਨੂਰਪੁਰ ਬੇਦੀ ਨੂੰ ਜਾਂਦੇ ਹਾਂ ਉਸ ਰੋਡ ਉੱਤੇ ਪੈਂਦਾ। ਅੱਜ ਇੱਥੇ ਆਉਣ ਦੀ ਵਜ੍ਹਾ ਇਹ ਹੈ ਕਿ ਪੰਜਾਬ ਦੇ ਵਿੱਚ ਜੇਕਰ ਖੇਤੀ ਦੀ ਗੱਲ ਕਰੀਏ ਤਾਂ ਹਰ ਵਕਤ ਖੇਤੀ ਕਰਨ ਦੇ ਢੰਗ ਤਰੀਕੇ ਬਦਲਦੇ ਜਾ ਰਹੇ ਨੇ ਤੇ ਅੱਜ ਅਸੀਂ ਆਏ ਹੋਏ ਹਾਂ ਪ੍ਰਿਤਪਾਲ ਸਿੰਘ ਵੀਰ ਜੀ ਉਹਨਾਂ ਦੇ ਫਾਰਮ ਤੇ। ਨੌਜਵਾਨ ਮੁੰਡੇ ਨੇ, ਗੱਭਰੂ ਨੇ, MBA ਕੀਤੀ ਹੋਈ ਆ, ਬੰਬੇ ਦੇ ਵਿੱਚ ਚੰਗੀ ਜੋਬ ਉਹਨਾਂ ਦੇ ਕੋਲ ਸੀਗੀ, ਚੰਗੇ ਪੈਸੇ ਕਮਾਉਂਦੇ ਸੀ। ਈਵਨ ਉਹਨਾਂ ਦੀ ਪੜ੍ਹਾਈ ਤੇ ਉਹਦੇ ਕੰਮ ਤੋਂ ਕੈਨੇਡਾ ਵਾਲੇ ਵੀ ਉਹਨਾਂ ਨੂੰ ਸੱਦਦੇ ਸੀ, ਆਜੋ ਭਾਈ ਸਾਡੇ ਮੁਲਕ ਦੇ ਵਿੱਚ ਰਹਿ ਲਓ। ਪਰ ਫਿਰ ਵੀ ਕਹਿ ਦਈਏ ਉਹਨਾਂ ਦੀ ਖੇਤੀ ਨੂੰ ਲੈ ਕੇ ਇੰਨੀ ਮੁਹੱਬਤ ਸੀ ਕਿ ਅਸੀਂ ਇੱਥੇ ਮੈਂ ਕੁਝ ਆਪਣਾ ਕੰਮ ਕਰਨਾ ਆ। ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਖੇਤੀ ਕਰਦੇ ਨੇ, ਖਾਸ ਤੌਰ 'ਤੇ ਹਾਈਡਰੋਪੋਨਿਕ ਜਿਹਨੂੰ ਕਹਿ ਦਈਏ, ਪਾਣੀ ਦੇ ਵਿੱਚ ਜਿਹੜੇ ਬੂਟੇ ਉਗਾਉਣੇ, ਕੋਈ ਕਿਸੇ ਤਰੀਕੇ ਦੀ ਮਿੱਟੀ ਦੀ ਲੋੜ ਨਹੀਂ ਹੈਗੀ। ਅਤੇ ਨਵੀਆਂ ਜਿਹੜੀਆਂ ਟੈਕਨੋਲੋਜੀਆਂ ਵੱਡੀਆਂ ਕੰਟਰੀ ਜਿਵੇਂ ਆਪਾਂ ਕਹਿ ਦਿੰਦੇ ਨੇ ਵੀ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, ਇਜ਼ਰਾਈਲ ਦੇ ਵਿੱਚ ਬੜੀ ਵੱਡੀ ਖੇਤੀ ਹੋ ਰਹੀ ਆ, ਪਰ ਉਹਨਾਂ ਨੇ ਇਹ ਖੇਤੀ ਨੂੰ ਪੰਜਾਬ ਦੇ ਵਿੱਚ ਲੈ ਕੇ ਆਂਦਾ। ਹਾਲੇ ਤੱਕ ਹਿੰਦੁਸਤਾਨ ਦੇ ਵਿੱਚ ਗਿਣਵੇਂ ਚੁਣਵੇਂ ਨਾ ਹੀ ਹੋਣਗੇ ਜੋ ਇਸ ਖੇਤੀ ਦੇ ਵੱਲ ਆਏ ਹੋਏ ਨੇ। ਸੋ ਬੜਾ ਵੱਡਾ ਉਹਨਾਂ ਦਾ ਉਪਰਾਲਾ ਹੈ। ਕਿਵੇਂ ਉਹ ਖੇਤੀ ਕਰਦੇ ਨੇ ਅੱਜ ਅਸੀਂ ਉਹਨਾਂ ਦੇ ਫਾਰਮ 'ਤੇ ਆਏ ਹੋਏ ਹਾਂ, ਗੱਲਾਂ ਬਾਤਾਂ ਵੀ ਕਰਾਂਗੇ, ਜਾਣਾਂਗੇ ਕਿ ਇੰਨੀਆਂ ਵੱਡੀਆਂ ਨੌਕਰੀਆਂ ਛੱਡ ਕੇ, ਵੱਡੇ ਸ਼ਹਿਰਾਂ ਨੂੰ ਛੱਡ ਕੇ, ਵੱਡੇ ਮੁਲਕਾਂ ਨੂੰ ਛੱਡ ਕੇ ਕਿਉਂ ਪਿੰਡ ਦੇ ਵਿੱਚ ਆ ਕੇ ਖੇਤੀ ਕਰਦੇ ਨੇ। ਕਿਉਂਕਿ ਬਦਲਦੇ ਵਕਤ ਦੇ ਨਾਲ ਨਾਲ ਸੋਚ ਨੂੰ ਵੀ ਬਦਲਣਾ ਅਤੇ ਖੇਤੀ ਕਰਦੇ ਢੰਗ ਤਰੀਕਿਆਂ ਨੂੰ। ਸੋ ਉਹਨਾਂ ਦੇ ਫਾਰਮ ਦੇ ਉੱਤੇ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਵੇਂ ਖੇਤੀ ਕਰਦੇ ਅਤੇ ਗੱਲਾਂ ਬਾਤਾਂ ਕਰਦੇ ਹਾਂ। ਆਜੋ। ਅਤੇ ਤੁਸੀਂ ਹੁਣ ਦੇਖ ਸਕਦੇ ਹੋ ਮੇਰੇ ਪਿੱਛੇ ਉਹ ਕਮਰਾ ਜਿੱਥੇ ਕਹਿ ਦਈਏ ਨਵੇਂ ਟੈਕਨੋਲੋਜੀ ਦੇ ਨਾਲ ਖੇਤੀ ਹੁੰਦੀ ਹੈ। ਜ਼ਮੀਨਾਂ ਦੇ ਵਿੱਚ, ਮਿੱਟੀ ਦੇ ਵਿੱਚ, ਮਿੱਟੀ ਜਿਹੜੇ ਚਲੋ ਜੱਟ ਜ਼ਿਮੀਂਦਾਰ ਹੁੰਦੇ ਹੀ ਨੇ, ਕਿਸਾਨ ਹੁੰਦਾ ਹੀ ਆ, ਪਰ ਇਹ ਵੀ ਇੱਕ ਤਰੀਕੇ ਦੀ ਕਿਸਾਨੀ ਹੈ। ਤੁਸੀਂ TV ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਜਾਂ ਗੂਗਲ ਦੇ ਉੱਤੇ ਜਦੋਂ ਆਪਾਂ ਸਰਚ ਕਰਦੇ ਹਾਂ ਤਾਂ ਵੱਡੇ ਵੱਡੇ ਮੁਲਕਾਂ ਦੇ ਵਿੱਚ ਵੱਡੀਆਂ ਵੱਡੀਆਂ ਕਹਿ ਦਈਏ ਇੱਕ ਲੈਬਾਂ ਬਣੀਆਂ ਹੋਈਆਂ ਨੇ, ਕਿਸਾਨ ਲੈਬਾਂ ਕਿਸਾਨ ਦੀਆਂ, ਜਿਹਦੇ ਵਿੱਚ ਉਹ ਵੱਖ-ਵੱਖ ਤਰੀਕੇ ਨਾਲ ਖੇਤੀ ਕਰਦੇ ਨੇ। ਤੁਸੀਂ ਦੇਖੋ ਵੀ ਆ ਪਾਈਪ ਲੱਗੇ ਹੋਏ ਨੇ। ਹਾਈਡਰੋਪੋਨਿਕ ਟੈਕਨੀਕ ਜਿਹੜੀ ਆਪਾਂ ਇਹਨੂੰ ਕਹਿੰਦੇ ਹਾਂ, ਪਾਣੀ ਉੱਤੇ ਥੋੜ੍ਹੀ ਜਿਹੀ ਕੋਕੋਪੀਟ ਪਾਈ ਹੁੰਦੀ ਹੈ ਜਿਹਦੇ ਵਿੱਚ ਸਿਰਫ ਜਿਹੜਾ ਸੀਡ ਉਹਨੂੰ ਖੜਾ ਸਕੇ, ਬਾਕੀ ਇਹਦੇ ਵਿੱਚ ਕੋਈ ਮਿੱਟੀ ਨਹੀਂ, ਕੋਈ ਕੁਛ ਨਹੀਂ, ਪਾਣੀ ਦੇ ਨਾਲ ਜਿਹੜਾ ਸਭ ਕੁਛ ਹੋ ਰਿਹਾ ਹੈ। ਸਭ ਤੋਂ ਵੱਡੀ ਗੱਲ ਹੈ ਪੂਰੀ ਤਰ੍ਹਾਂ ਔਰਗੈਨਿਕ ਹੈ।
ਗ੍ਰੇਨ ਭਾਵੇਂ ਇੱਥੇ ਨਹੀਂ ਹੋ ਸਕਦਾ, ਪਰ ਜਿਹੜੀ ਲੋੜ ਡੇਲੀ ਦੀ ਆ ਸਬਜ਼ੀਆਂ ਦੀ ਆ ਉਹ ਆਪਾਂ ਆਰਾਮ ਨਾਲ ਇੱਥੇ ਉਗਾ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਆਪਾਂ ਵੀਰ ਜੀ ਦਾ ਲੱਗੇ ਹੋਏ ਨੇ ਇੰਸਪੈਕਸ਼ਨ ਕਰਨ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ, ਸਵਾਗਤ ਕਰ ਲੈਂਦੇ ਹਾਂ। ਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ ਬਹੁਤ ਜੀ। ਬਹੁਤ ਸਵਾਗਤ ਕਰਦੇ ਹਾਂ ਸਾਡੇ ਚੈਨਲ ਵਿਜ਼ਨ ਪੰਜਾਬ ਤੇ ਪ੍ਰੋਗਰਾਮ ਆਂਦਾ ਤੇ। ਥੈਂਕ ਯੂ ਬਾਈ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਫਾਰਮ ਤੇ। ਤੁਸੀਂ ਆਏ ਹੋ ਟਾਈਮ ਕੱਢ ਕੇ ਸਾਡੀ ਸਟੋਰੀ ਕਵਰ ਕਰਨ ਲਈ, ਥੈਂਕ ਯੂ ਸੋ ਮਚ ਜੀ। ਮੈਨੂੰ ਜਦੋਂ ਪਤਾ ਲੱਗਿਆ ਨਾ ਵੀਰ ਜੀ ਨੇ, ਨਿਖਲ ਜੀ ਨੇ ਸਾਨੂੰ ਦੱਸਿਆ ਵੀ ਇਹ ਮੁੰਡਾ ਹਾਈਡਰੋਪੋਨਿਕ ਕਰਦਾ, ਕਿਉਂਕਿ ਮੈਂ ਸਿਰਫ ਇੱਕ ਦੋ ਜਿਹੜੇ ਫਾਰਮਰ ਨੇ ਪੰਜਾਬ, ਇੱਕ ਫਾਰਮ ਇੱਕ ਹੀ ਆ, ਮੈਂ ਵੀ ਉਹਨਾਂ ਨੂੰ ਬਾਰੇ ਸੁਣਿਆ ਸੀ। ਬਾਕੀ ਸੋਸ਼ਲ ਮੀਡੀਆ ਤੇ ਜਾਂ ਗੂਗਲ ਤੇ ਸਰਚ ਮਾਰ ਕੇ ਦੇਖੀਦਾ ਵੀ ਆਹ ਖੇਤੀ ਵੀ ਹੁੰਦੀ ਆ, ਪਰ ਹੁਣ ਸਾਹਮਣੇ ਦੇਖ ਕੇ ਮਤਲਬ ਬੜੀ ਖੁਸ਼ੀ ਹੁੰਦੀ ਆ। ਤੇ ਦੂਜੀ ਗੱਲ, MBA ਕੀਤੀ ਹੋਈ ਆ, ਵਧੀਆ ਓਪਰਚੁਨਿਟੀ ਸੀਗੀ ਵੀ ਬੰਬੇ ਦੇ ਵਿੱਚ, ਮੈਂ ਮਤਲਬ ਕਹਦੀ ਲੱਖਾਂ 'ਚ ਤਨਖਾਹਾਂ ਹੁੰਦੀਆਂ। ਕੈਨੇਡਾ ਵਾਲਿਆਂ ਨੇ ਵੀ ਕਹਿਤਾ ਵੀ ਹਾਂ ਬਈ ਮੁੰਡਿਆ, ਜਿਸ ਇੰਨਾ ਤੇਰੇ ਕੋਲ ਹੈਗਾ ਸਾਡੇ ਕੋਲ ਆ ਜਾ। ਉਹ ਤਾਂ ਪਹਿਲਾਂ ਹੀ ਸਾਡੀ ਸਾਰੀ ਜਿੰਨੇ ਪੜ੍ਹੀ ਲਿਖੀ ਕਰੀਮ ਆ ਇੱਥੋਂ ਲੈ ਕੇ ਜਾ ਰਹੇ ਨੇ, ਪਰ ਤੁਸੀਂ ਖੇਤੀ ਨੂੰ ਚੁਣੀ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈਗੀ ਆ। ਤਾਂ ਮੈਂ ਤੁਹਾਡੇ ਨਾਲ ਚਲੋ ਗੱਲਾਂ ਬਾਤਾਂ ਵੀ ਕਰਾਂਗੇ। ਸਭ ਤੋਂ ਪਹਿਲਾਂ ਵੀ ਇਹ ਖੇਤੀ ਨੂੰ ਚੁਣਨ ਦਾ ਸਬੱਬ ਕਿੱਦਾਂ ਬਣਿਆ ਤੁਹਾਡਾ? ਬੰਬੇ ਛੱਡ ਕੇ ਮੁੜ ਤੋਂ ਪੰਜਾਬ ਦੇ ਵਿੱਚ ਆਉਣ ਦਾ ਕੀ ਕਾਰਨ ਰਿਹਾ? ਦੇਖੋ ਜੀ, ਇੱਕ ਜ਼ਿਮੀਂਦਾਰ ਫੈਮਿਲੀ ਨੂੰ ਬਿਲੋਂਗ ਕਰਦੇ ਹਾਂ ਜੀ। ਘਰਦਿਆਂ ਨੂੰ 50 ਸਾਲ ਹੋ ਗਏ ਖੇਤੀ ਕਰਦਿਆਂ ਨੂੰ, ਤੇ ਮੇਰੀ ਸਭ ਤੋਂ ਵੱਡੀ ਇਨਸਪੀਰੇਸ਼ਨ ਮੇਰੇ ਫਾਦਰ ਨੇ ਜੀ। ਉਹ ਗਵਰਨਮੈਂਟ ਜੌਬ 'ਚ ਸੀਗੇ ਜੀ, ਹੁਣ ਤਾਂ ਰਿਟਾਇਰ ਹੋ ਗਏ ਨੇ, ਟੀਚਿੰਗ ਲਾਈਨ 'ਚ ਸੀਗੇ। ਉਹਨਾਂ ਨੇ ਸਾਰੀ ਉਮਰ ਆਪਣੀ ਜਿੰਨੀ ਕੁ ਵੀ ਟਾਈਮ ਉਹਨਾਂ ਨੇ ਜੌਬ ਕੀਤੀ, ਉਹਨਾਂ ਨੇ ਨਾਲ ਨਾਲ ਖੇਤੀ ਕੀਤੀ। ਮਤਲਬ ਉਹ ਠੇਕੇ 'ਤੇ ਵੀ ਦੇ ਸਕਦੇ ਸੀ ਜ਼ਮੀਨ, ਕਿਉਂਕਿ ਉਹਨਾਂ ਦੀ ਵੀ ਬਹੁਤ ਵਧੀਆ ਜੌਬ ਸੀਗੀ, ਪਰ ਉਹ ਨਾਲ ਉਹਨਾਂ ਨੂੰ ਸ਼ੌਂਕ ਬਹੁਤ ਸੀ ਖੇਤੀ ਕਰਨ ਦਾ। ਅਤੇ ਮੈਂ ਜਦੋਂ ਛੋਟੇ ਹੁੰਦਿਆਂ ਤੋਂ ਹੀ ਨਾ, ਮੈਂ ਆਪਣੀ ਛੁੱਟੀਆਂ ਦੇ ਵਿੱਚ, ਅਸੀਂ ਘੁੰਮਣ ਨਹੀਂ ਜਾਂਦੇ ਸੀ, ਮੈਂ ਪਿੰਡ ਆ ਜਾਂਦਾ ਸੀ। ਮੈਂ ਸ਼ਾਇਦ 8 ਜਾਂ 10 ਸਾਲਾਂ ਦਾ ਸੀਗਾ ਜਦੋਂ ਦਾ ਮੈਂ ਖੇਤ ਹੀ ਆਉਂਦਾ ਸੀਗਾ। ਮੈਂ ਘਰ ਵੀ ਨਹੀਂ ਰਹਿੰਦਾ ਸੀ, ਜੇ ਪਿੰਡ ਆਉਂਦਾ ਸੀ ਉਹ ਖੇਤ ਹੀ ਹੁੰਦਾ ਸੀਗਾ। ਤਾਂ ਉਦੋਂ ਤੋਂ ਇੱਕ ਇੰਟਰਸਟ, ਬਹੁਤ ਕੀਨ ਇੰਟਰਸਟ ਬਣ ਗਿਆ। ਜਦੋਂ ਮੈਂ MBA ਕਰਕੇ ਜੌਬ ਕਰ ਰਿਹਾ ਸੀਗਾ, ਮੈਂ 3 ਸਾਲ ਜੌਬ ਕੀਤੀ ਹੈ, ਐਂਡ ਆਈ ਵਾਜ਼ ਹੈਡਿੰਗ ਕਾਰਪੋਰੇਟ ਸੇਲਸ ਇਨ ਹੋਰ ਕਾਫੀ ਵਧੀਆ ਕੰਪਨੀਆਂ 'ਚ ਕੰਮ ਕਰ ਰਿਹਾ ਸੀਗਾ। ਅਤੇ ਮੈਂ ਸੋਚਿਆ ਕਿ ਯਾਰ ਜੇ ਖੇਤੀ ਕੀਤੀ ਜਾਵੇ ਤਾਂ ਕਿਹੜੀ ਕੀਤੀ ਜਾਵੇ। ਕਿ ਕਣਕ ਝੋਨਾ ਤਾਂ ਕਾਫੀ ਟਾਈਮ ਤੋਂ ਆਪਣੇ ਘਰ ਦੇ ਕਰੀ ਜਾ ਰਹੇ ਨੇ, ਅਤੇ ਕਣਕ ਝੋਨੇ ਦਾ ਅੱਗੇ ਫਿਊਚਰ ਅੱਜ ਦੀ ਡੇਟ 'ਚ ਆਪਾਂ ਦੇਖੀਏ ਤਾਂ ਧੁੰਦਲਾ ਦਿਖਦਾ ਨਜ਼ਰ ਆਉਂਦਾ। ਤਾਂ ਮੈਂ ਕੁਝ ਡਿਫਰੈਂਟ ਕਰਨਾ ਚਾਹੁੰਦਾ ਸੀਗਾ। ਅਤੇ ਦੂਜਾ, ਮਨ ਦੇ ਵਿੱਚ ਇੱਕ ਸਵਾਲ ਜ਼ਰੂਰ ਆਉਂਦਾ ਸੀ ਕਿ ਇੱਕ ਪੁਲਿਸ ਆਫਿਸਰ ਦਾ ਬੇਟਾ ਜਾਂ ਉਹਨਾਂ ਦੀ ਅਗਲੀ ਜਨਰੇਸ਼ਨ ਉਹ ਪ੍ਰੋਫੈਸ਼ਨ ਨੂੰ ਚੁਣਦੇ ਨੇ, ਇੱਕ ਐਡਵੋਕੇਟ ਦਾ ਬੱਚਾ ਸ਼ਾਇਦ ਐਡਵੋਕੇਟ ਬਣੇਗਾ। ਪਰ ਆਪਾਂ ਜੇ ਇਹ ਸਵਾਲ ਇੱਕ ਕਿਸਾਨ ਨੂੰ ਪੁੱਛੀਏ, ਇੱਕ ਜ਼ਿਮੀਂਦਾਰ ਨੂੰ ਪੁੱਛੀਏ ਕਿ ਕਿਆ ਉਹਦਾ ਬੇਟਾ ਜਾਂ ਇੱਕ ਜ਼ਿਮੀਂਦਾਰ ਫੈਮਿਲੀ ਦੇ ਬੱਚੇ ਨੂੰ ਪੁੱਛੇ ਕਿ ਕਿਆ ਉਹ ਜ਼ਿਮੀਂਦਾਰ ਬਣਨਾ ਚਾਹੇਗਾ, ਤਾਂ ਇੱਕ ਸਵਾਲ ਖੜਾ ਹੋ ਜਾਂਦਾ ਕਿ ਸ਼ਾਇਦ ਨਹੀਂ। ਪਰ ਕਿਉਂ ਨਹੀਂ? ਮੈਨੂੰ ਇਹ ਚੀਜ਼ ਬਹੁਤ ਮੇਰੇ ਦਿਮਾਗ ਨੂੰ ਸਟਰਾਈਕ ਕਰਦੀ ਰਹਿੰਦੀ ਸੀ ਕਿ ਆਪਾਂ ਇਹ ਕਿੱਤੇ ਨੂੰ ਕਿਉਂ ਨਹੀਂ ਚੁਣ ਸਕਦੇ, ਐਜ਼ ਅ ਫੁੱਲ ਟਾਈਮ ਕਰੀਅਰ ਫਾਰਮਿੰਗ ਨੂੰ ਆਪਾਂ ਕਿਉਂ ਨਹੀਂ ਚੁਣ ਸਕਦੇ। ਅਤੇ ਉਹ ਸਵਾਲ ਜਿਹੜੇ ਮੇਰੇ ਮਨ 'ਚ ਖੜੇ ਹੋਏ ਸੀ, ਉਹਨਾਂ ਦਾ ਜਵਾਬ ਲੱਭਣ ਮੈਂ ਫਿਰ ਦੁਬਾਰਾ ਪਿੰਡ ਆਇਆ। ਅਤੇ ਮੈਂ ਆ ਕੇ ਅੱਜ ਤੋਂ 5 ਸਾਲ ਪਹਿਲਾਂ 2016 ਦੇ ਵਿੱਚ ਮੈਂ ਪ੍ਰੋਟੈਕਟਿਡ ਕਲਟੀਵੇਸ਼ਨ ਸ਼ੁਰੂ ਕੀਤੀ ਜੀ। ਮੈਂ ਪੋਲੀ ਹਾਊਸ ਫਾਰਮਿੰਗ ਸ਼ੁਰੂ ਕੀਤੀ, ਅਤੇ ਜਿਹਦੇ ਵਿੱਚ ਮੈਂ ਸੀਡਲੈਸ ਕਿਊਕੰਬਰਸ ਹੋ ਗਿਆ, ਕਲਰਡ ਕੈਪਸੀਕਮ ਹੋ ਗਿਆ, ਇਹ ਸ਼ੁਰੂਆਤ ਕੀਤੀ। ਅਤੇ ਨਾਲ ਨਾਲ ਮੈਂ ਇਸ ਪ੍ਰੋਜੈਕਟ ਬਾਰੇ ਮੈਂ ਸਟੱਡੀ ਕਰਦਾ ਰਹਿੰਦਾ ਸੀਗਾ। ਜ਼ਿਆਦਾ ਔਨਲਾਈਨ ਹੀ ਸੀਗਾ ਜੀ, ਅਤੇ ਇੰਟਰਸਟ ਹੋਣ ਕਰਕੇ ਮੈਂ ਬਾਹਰਲੀਆਂ ਕੰਟਰੀਜ਼ ਦੇ ਜਿਹੜੇ ਯੂਨੀਵਰਸਿਟੀਜ਼ ਨੇ ਉਹਨਾਂ ਦੇ ਰਿਸਰਚ ਪੇਪਰਸ ਪੜ੍ਹਦਾ ਰਹਿੰਦਾ ਸੀਗਾ। ਅਤੇ ਹੌਲੀ ਹੌਲੀ ਫਿਰ ਮਨ ਬਣਿਆ ਕਿ ਯਾਰ ਇਹਨੂੰ ਪ੍ਰੈਕਟੀਕਲੀ ਕੀਤਾ ਜਾਵੇ। ਅਤੇ ਫਿਰ ਮੈਂ ਪਿਛਲੇ ਸਾਲ 1 ਸਾਲ ਹੋ ਗਿਆ ਜੀ ਮੈਨੂੰ ਕਰਦੇ ਨੂੰ, ਮੈਂ ਇਹ ਸੈਟਅਪ ਕੀਤਾ ਸੀਗਾ ਜੀ। ਹਾਂਜੀ, ਚਲੋ ਆਪਾਂ ਨਾਲ ਦੀ ਨਾਲ ਗੱਲਾਂ ਕਰਾਂਗੇ ਵੀ ਕਿਵੇਂ ਹੋਰ, ਤੇ ਇਹਦੇ ਬਾਰੇ ਸਾਨੂੰ ਥੋੜੀ ਜਿਹੀ ਜਿਹੜਾ ਪ੍ਰੋਜੈਕਟ ਲੱਗਿਆ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਵੀ ਇਹ ਕੀ ਚੀਜ਼ ਆ, ਇਹ ਕੰਮ ਕਿੱਦਾਂ ਕਰਦਾ, ਕਿਹੜੀਆਂ ਫਸਲਾਂ ਤੁਸੀਂ ਉਗਾ ਸਕਦੇ ਹੋ, ਉਹਨੂੰ ਮੇਨਟੇਨ ਕਰਨ ਦਾ ਕਿੰਨਾ ਕੁ ਖਰਚਾ। ਹੁਣ ਮਲਟੀ ਲੇਅਰਿੰਗ ਹੈ, ਉੱਤੇ ਤੋਂ ਉੱਤੇ ਕਰ ਸਕਦੇ ਆ, ਹੈ ਨਾ। ਅਤੇ ਇਹਦੇ ਵਿੱਚ ਕੀ ਵਿਚਲੀਆਂ ਜਿਹੜੀਆਂ ਕਹਿ ਦਈਏ ਗੱਲਾਂ ਹੈਗੀਆਂ ਨੇ, ਕਿੰਨਾ ਕੁ ਫਾਇਦਾ, ਕਿਹੜੀਆਂ ਫਸਲਾਂ, ਉਹਦੇ ਬਾਰੇ ਸਾਨੂੰ ਦੱਸੋ। ਕਿੱਦਾਂ ਇਹਨੂੰ ਪਾਣੀ ਆਪਾਂ ਦਿੰਦੇ ਨੇ, ਇਹ ਚੀਜ਼ ਬਾਰੇ ਸਾਨੂੰ। ਹਾਈਡਰੋਪੋਨਿਕਸ 'ਚ ਬਹੁਤ ਸਾਰੇ ਸਿਸਟਮਸ ਹੁੰਦੇ ਨੇ ਜੀ। ਇਹਨੂੰ ਆਪਾਂ NFT ਸਿਸਟਮ ਕਹਿੰਦੇ, ਨਿਊਟਰੀਐਂਟ ਫਿਲਮ ਟੈਕਨੋਲੋਜੀ। ਇਹਦੇ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ, ਆਪਾਂ ਮਲਟੀ ਲੇਅਰ ਜਾ ਸਕਦੇ ਹਾਂ। ਇਹ ਇੱਕ ਕਲੋਜ਼ਡ ਰੂਮ ਹੈ, ਇਨਸੂਲੇਟਡ ਰੂਮ ਹੈ, ਅਤੇ ਇੱਥੇ ਹਰ ਚੀਜ਼ ਆਟੋਮੇਟਿਡ ਕੀਤੀ ਹੋਈ ਹੈ ਆਪਾਂ, ਚਾਹੇ ਉਹ ਟੈਂਪਰੇਚਰ ਹੈ, ਚਾਹੇ ਉਹ ਹਿਊਮਿਡਿਟੀ ਹੈ। ਇਹਦੇ ਵਿੱਚ ਜਿਹੜਾ ਪਾਣੀ ਹੈ, ਪਾਣੀ ਦੇ ਵਿੱਚ ਆਪਾਂ, ਇਹ RO ਦਾ ਪਾਣੀ ਹੁੰਦਾ ਜੀ, ਇਹ 'ਚ ਆਪਾਂ ਨੋਰਮਲ ਪਾਣੀ ਨਹੀਂ ਯੂਜ਼ ਕਰਦੇ। RO ਦੇ ਪਾਣੀ ਦੇ ਵਿੱਚ ਆਪਾਂ ਜੋ ਪਲਾਂਟਸ ਨੂੰ ਨਿਊਟਰੀਐਂਟਸ ਚਾਹੀਦੇ ਹੁੰਦੇ ਆ ਉਹ ਐਡ ਕਰਦੇ ਹਾਂ, ਅਤੇ ਪਾਣੀ ਇੱਕ ਕਲੋਜ਼ਡ ਲੂਪ ਦੇ ਵਿੱਚ ਘੁੰਮਦਾ ਰਹਿੰਦਾ ਹੈ ਪੂਰੇ ਸਰਕਿਟ ਦੇ ਵਿੱਚ। ਇਹਦੇ ਵਿੱਚ ਕਿਤੇ ਵੀ ਪਾਣੀ ਦਾ ਕੋਈ ਲਾਸ ਨਹੀਂ ਹੁੰਦਾ। ਪਾਣੀ ਇੱਕ ਪਾਸਿਓਂ ਪਾਈਪਸ 'ਚ ਐਂਟਰ ਕਰਦਾ ਅਤੇ ਦੂਜੇ ਪਾਸਿਓਂ ਪਾਣੀ ਬਾਹਰ ਨਿਕਲ ਕੇ ਥੱਲੇ ਟੈਂਕ ਦੇ ਵਿੱਚ ਕਲੈਕਟ ਹੋ ਜਾਂਦਾ। ਅਤੇ ਇਹਦੇ ਵਿੱਚ ਆਪਾਂ ਜ਼ਿਆਦਾਤਰ ਹਾਈ ਵੈਲਿਊ ਕ੍ਰੌਪਸ ਲੈਂਦੇ ਹਾਂ, ਜਿਨ੍ਹਾਂ ਦੀ ਮਾਰਕੀਟ ਵੈਲਿਊ ਆਮ ਕ੍ਰੌਪਸ ਨਾਲੋਂ ਜ਼ਿਆਦਾ ਹੈ। ਅਤੇ ਇਸ ਟਾਈਮ ਇਹਦੇ ਵਿੱਚ 2 ਤੋਂ 3 ਤਰ੍ਹਾਂ ਦੀ ਆਪਾਂ ਲੈਟਸ ਗਰੋ ਕਰ ਰਹੇ ਹਾਂ।
ਤੇ ਮੈਂ ਇਸ ਦੀ ਡਾਇਰੈਕਟ ਮਾਰਕੀਟਿੰਗ ਕਰ ਰਿਹਾ। ਮੇਰਾ ਆਪਦਾ ਬ੍ਰਾਂਡ ਹੈ ਜੀ, ਆਪਣਾ ਇੱਕ ਸਟਾਰਟਅਪ ਹੈ ਤੇ ਜਿਹਦੇ ਵਿੱਚ ਅਸੀਂ ਐਂਡ ਕਸਟਮਰ ਨੂੰ ਇਹ ਚੀਜ਼ ਡਾਇਰੈਕਟਲੀ ਉਹਨਾਂ ਦੇ ਘਰੇ ਡਿਲੀਵਰ ਕਰਦੇ ਹਾਂ। ਤਾਂ ਹੀ ਕੰਮ ਕਾਮਯਾਬ ਆ ਜੀ। ਜੇ ਮੰਡੀ ਵਾਲਾ ਤਾਂ ਚਲੋ ਸੌਦਾ ਹੈ ਵੀ ਨਹੀਂ ਨੇੜੇ ਤੇੜੇ ਦਾ। ਹੁਣ ਮੈਂ ਦੇਖਣਾ ਚਾਹੂੰਗਾ ਵੀ ਸਿਸਟਮ ਮੈਂ ਤੁਹਾਨੂੰ ਦਿਖਾ ਦਿੰਦੇ ਆ ਵੀ ਇਹ ਜਿਹੜੀਆਂ ਪਾਈਪਾਂ ਨੇ ਜੇ ਟਿਊਬਸ ਵਗੈਰਾ ਇਹ ਲੱਗੀਆਂ ਹੋਈਆਂ ਨੇ, ਇਹ ਸਟੱਫ ਕਿਹੜਾ ਆ? ਇਹਦਾ ਵੀ ਕੋਈ ਫਰਕ ਹੁੰਦਾ? ਇਹ ਫੂਡ ਗ੍ਰੇਡ ਪਲਾਸਟਿਕ ਹੁੰਦਾ ਜੀ। ਇਹ 'ਚ ਆਪਾਂ ਆਮ PVC ਪਾਈਪ ਨਹੀਂ ਯੂਜ਼ ਕਰ ਸਕਦੇ ਬਿਕਾਜ਼ ਆਮ PVC ਪਾਈਪ ਕੈਮੀਕਲਸ ਨਾਲ ਬਣੀ ਹੁੰਦੀਆਂ। ਇਹ ਫੂਡ ਗ੍ਰੇਡ ਪਾਈਪਸ ਨੇ ਜਿਨ੍ਹਾਂ 'ਚ ਆਪਾਂ ਸਪੈਸ਼ਲੀ ਸਿਰਫ ਪਲਾਂਟਸ ਵਾਸਤੇ ਬਣੀਆਂ ਹੋਈਆਂ ਨੇ ਤੇ ਜਿਹਦਾ ਕੋਈ ਹਾਰਮਫੁਲ ਇਫੈਕਟ ਪਲਾਂਟ ਤੇ ਨਹੀਂ ਹੈਗਾ। ਜੇ ਆਪਾਂ ਇਹ ਚੀਜ਼ ਨੂੰ ਕੰਜ਼ਿਊਮ ਕਰਦੇ ਹਾਂ ਤਾਂ ਇਸ 'ਚ ਕੋਈ ਪਲਾਸਟਿਕ ਦਾ ਇਫੈਕਟ ਨਹੀਂ ਆਉਂਦਾ ਜੀ। ਹਾਂਜੀ, ਇਹ ਮਤਲਬ ਇਹ ਹੋ ਗਈਆਂ। ਉਹ ਤੋਂ ਬਾਅਦ ਇਹਦੇ ਵਿੱਚ ਜਿਹੜਾ ਆਪਾਂ ਨੇ ਬੂਟਾ ਲਾਉਣਾ ਉਹ ਤੁਸੀਂ ਕੋਕੋਪੀਟ ਦੇ ਵਿੱਚ ਲਾਇਆ ਹੋਇਆ ਹੈ ਤੇ ਇਹਨੂੰ ਮਤਲਬ ਸਟਾਪ ਕਰਨ ਦੇ ਲਈ ਇਹ ਕਿੰਨੀ ਦੇਰ ਨੂੰ ਹੋਲਡ ਕਰਨ ਲਈ ਹੁੰਦਾ ਜੀ। ਆਪਾਂ ਜਿਹੜੀ ਸੀਡ ਦੀ ਜਰਮੀਨੇਸ਼ਨ ਹੈ ਉਹ ਇਸ ਕੋਕੋਪੀਟ ਦੇ ਨੈਟ ਕੱਪ ਦੇ ਵਿੱਚ ਕਰਦੇ ਆ। ਜਦੋਂ ਸੀਡਲਿੰਗ ਬਣ ਜਾਂਦਾ ਹੈ, ਉਹ 15 ਕੁ ਦਿਨਾਂ ਦਾ ਹੋ ਜਾਂਦਾ, ਫਿਰ ਆਪਾਂ ਉਹਨੂੰ ਇਸ ਸਿਸਟਮ ਦੇ ਵਿੱਚ ਟ੍ਰਾਂਸਪਲਾਂਟ ਕਰ ਦਿੰਦੇ ਹਾਂ ਜੀ। ਇਹਦਾ ਫਿਰ ਜਿਹੜਾ ਪਾਣੀ ਆ ਇਹ ਕਿੰਨੀ ਕੁ ਤੱਕ ਭਰੀਆਂ ਰਹਿੰਦੀਆਂ ਨੇ? ਇਹ ਕਿੰਨੇ ਕੁ ਤੱਕ ਰੱਖਣਾ? ਇਹ ਪਾਣੀ ਫਲੋ ਕਰਦਾ ਜੀ। ਇਹ ਆਟੋਮੈਟਿਕ 5 ਮਿੰਟ ਲਈ ਪਾਣੀ ਚੱਲਦਾ। ਪਾਣੀ ਇਹਦੇ 'ਚ ਖੜਾ ਨਹੀਂ ਰਹਿੰਦਾ, ਇੱਕ ਪਾਸਿਓਂ ਐਂਟਰ ਹੁੰਦਾ, ਦੂਜੇ ਪਾਸਿਓਂ ਨਿਕਲ ਕੇ ਦੁਬਾਰਾ ਟੈਂਕ 'ਚ ਕਲੈਕਟ ਹੋ ਜਾਂਦਾ। ਇੱਧਰ ਮੈਂ ਆਪਾਂ ਦਿਖਾ ਦਿੰਦੇ ਹਾਂ। ਹੁਣ ਜਿਵੇਂ ਆਹ ਤੁਸੀਂ ਲੇਅਰਸ ਬਣਾਈਆਂ ਹੋਈਆਂ ਨੇ ਉੱਤੇ ਤੱਕ। ਹੁਣ ਇਸ ਵਕਤ ਮੈਂ ਕਹਿੰਦਾ 1 2 3 4 5 ਤੁਸੀਂ 7 ਹੈਗੀਆਂ ਨੇ, 5 ਤੁਸੀਂ ਇਹਨੂੰ ਇਸ ਵਕਤ ਯੂਜ਼ ਕਰ ਰਹੇ ਹੋ ਤਾਂ ਪਾਣੀ ਫਲੋ ਹੋ ਕੇ ਇਹ 'ਚ ਪੈਪ 'ਚ ਆ ਜਾਂਦਾ ਹੈ ਤਾਂ ਸਾਰਾ ਇਕੱਠਾ ਹੋ ਕੇ ਥੱਲੇ ਆ ਜਿਹੜੇ ਤੁਸੀਂ ਲਾਏ ਹੋਏ ਨੇ ਇਹਦੇ ਵਿੱਚ ਫਿਜ਼ਰ ਹੋ ਜਾਂਦਾ ਹੈ। ਠੀਕ ਹੈ, ਇਹ ਤੋਂ ਬਾਅਦ ਫਿਰ ਇਹ ਪਾਣੀ ਨੂੰ ਬਾਅਦ ਇਹਦੇ ਰਿਜ਼ਰਵੋਇਰ ਦੇ ਵਿੱਚ ਹੀ ਜੀ ਮੋਟਰ ਲੱਗੀ ਹੋਈ ਹੈ। ਉਹ ਪਾਣੀ ਨੂੰ ਇੱਥੋਂ ਸਪਲਾਈ ਕਰਕੇ ਉਧਰਲੇ ਪਾਸਿਓਂ ਲੈ ਕੇ ਜਾਂਦੀ ਹੈ ਤੇ ਅਗੇਨ ਪਾਣੀ ਉਧਰੋਂ ਐਂਟਰ ਹੁੰਦਾ। ਹਰੇਕ ਲੇਅਰ ਦੇ ਵਿੱਚ ਬਰਾਬਰ ਪਾਣੀ ਜਾਂਦਾ ਜੀ, ਬਰਾਬਰ ਸਪੀਡ ਤੇ ਜਾਂਦਾ ਤੇ 5 ਮਿੰਟ ਲਈ ਚੱਲਦਾ ਤੇ ਉਸ ਤੋਂ ਬਾਅਦ 15 ਮਿੰਟ ਲਈ ਬੰਦ ਹੋ ਜਾਂਦਾ। ਫਿਰ ਪਾਣੀ ਜਿਹੜਾ ਆ ਤੁਸੀਂ ਵਾਰ-ਵਾਰ ਉਹਨੂੰ ਉਹ ਕਰਦੇ ਹੋ ਤਾਂ ਉਹਦੀ ਕੋਈ ਨਿਊਟ੍ਰੀਸ਼ਨ ਵੈਲਿਊ ਘੱਟ ਤਾਂ ਨਹੀਂ ਹੁੰਦੀ? ਜਾਂ ਪਾਣੀ ਆਪਾਂ ਨੂੰ ਬਦਲਣਾ ਪੈਂਦਾ? ਕਦੋਂ ਬਦਲਣਾ ਪੈਂਦਾ? ਕਿੰਨੇ ਦਿਨ ਬਾਅਦ ਤੁਸੀਂ ਇਹਨੂੰ ਬਦਲਦੇ ਹੋ? ਅਸੀਂ ਜੀ ਇਹਨੂੰ 1 ਮਹੀਨੇ ਬਾਅਦ ਬਦਲ ਦਿੰਦੇ ਆ ਕਿਉਂਕਿ ਪਾਣੀ ਦੇ ਵਿੱਚ ਕੁਝ ਇਹੋ ਜਿਹੀਆਂ ਪ੍ਰੋਪਰਟੀਜ਼ ਹੁੰਦੀਆਂ, ਐਲਗੀ ਹੋ ਸਕਦੀ ਹੈ ਜਾਂ ਕੋਈ ਹੋਰ ਬੈਕਟੀਰੀਆ ਹੋ ਸਕਦੇ ਆ। ਤਾਂ ਅਸੀਂ ਆਪਣੇ ਪਲਾਂਟਸ ਦੀ ਬੈਟਰ ਗਰੋਥ ਲਈ ਤੇ ਬੈਟਰ ਹੈਲਥ ਲਈ ਅਸੀਂ ਇਹ ਪਾਣੀ ਨੂੰ 1 ਮਹੀਨੇ ਬਾਅਦ ਚੇਂਜ ਕਰ ਦਿੰਦੇ ਆ ਜੀ। ਹੋਰ ਕੋਈ ਟੈਕਨੀਕਲ ਗੱਲਾਂ ਮਾੜੀ ਜਿਹੀ ਮੈਨੂੰ ਸਮਝਾਓ ਤੁਸੀਂ ਵੀ ਆਹ ਆਪਾਂ ਨੇ ਦੱਸਤੀ ਵੀ ਇੱਕ ਤਾਂ ਤੁਸੀਂ ਪੈਪ ਬਾਰੇ ਦੱਸਤਾ, ਕੋਕੋਪੀਟ ਬਾਰੇ ਦੱਸਤਾ, ਵੀ ਪਾਣੀ ਦੇ ਫਲੋ ਬਾਰੇ ਦੱਸਤਾ। ਇਹ ਤੋਂ ਬਿਨਾਂ ਹੋਰ ਕੋਈ ਚੀਜ਼? ਹੋਰ ਜੀ ਦੇਖੋ, ਜਿਹੜਾ ਨਿਊਟ੍ਰੀਸ਼ਨ ਹੈ ਉਹ ਪਾਣੀ ਤੋਂ ਲੈ ਰਿਹਾ ਤੇ ਬਾਕੀ ਜਿਹੜੀ ਪਲਾਂਟ ਨੂੰ ਲਾਈਟ ਚਾਹੀਦੀ ਹੈ, ਜਿਹੜੀ ਮੇਨ ਲਾਈਟ ਹੈ ਜੀ, ਹੈ ਜੀ, ਜਿੱਥੋਂ ਫੋਟੋਸਿੰਥੇਸਿਸ ਹੋਏਗਾ ਪਲਾਂਟ ਦਾ, ਉਹ ਇਹ ਲਾਈਟ ਤੋਂ ਲੈਂਦਾ ਹੈ। ਜਿਹੜੀ ਆਪਾਂ ਬਾਹਰ ਸੂਰਜ ਤੋਂ ਰੋਸ਼ਨੀ ਪਲਾਂਟ ਲੈਂਦਾ, ਇੱਥੇ ਇਹ ਗਰੋ ਲਾਈਟਸ ਤੋਂ ਲੈਂਦਾ। ਇਹ ਲਾਈਟ ਸਵੇਰੇ 7 ਵਜੇ ਆਪਣੇ ਆਪ ਔਨ ਹੋ ਜਾਂਦੀ ਹੈ ਤੇ ਰਾਤ ਨੂੰ 10 ਵਜੇ ਆਪਣੇ ਆਪ ਬੰਦ ਹੋ ਜਾਂਦੀ ਹੈ। ਇਹ ਸਾਰਾ ਪ੍ਰੋਜੈਕਟ ਆਟੋਮੇਟਿਡ ਹੈ ਜੀ। ਇਹਦੇ 'ਚ ਆਪਾਂ ਸਿਰਫ ਪੈਰਾਮੀਟਰ ਸੈੱਟ ਕਰ ਦਿੰਦੇ ਆ। ਇਹਦੇ ਵਿੱਚ ਸਾਨੂੰ ਕੋਈ ਲੇਬਰ ਦੀ ਖਾਸ ਲੋੜ ਨਹੀਂ। ਸਿਰਫ ਸਾਨੂੰ ਜਿਸ ਦਿਨ ਹਾਰਵੈਸਟ ਕਰਨੀ ਹੁੰਦੀ ਹੈ ਸਾਨੂੰ ਉਸ ਦਿਨ ਲੇਬਰ ਦੀ ਲੋੜ ਪੈਂਦੀ ਹੈ, ਅਦਰਵਾਈਜ਼ ਸਾਨੂੰ ਇਸ ਪ੍ਰੋਜੈਕਟ ਲਈ ਕੋਈ ਲੋੜ ਪੈਂਦੀ ਨਹੀਂ। ਤਾਂ ਇਹਦਾ ਹੁਣ ਜਿਵੇਂ ਆ ਲਾਈਟਸ ਨੇ, ਇਹਦਾ ਵੀ ਕੋਈ ਉਹ ਹੁੰਦਾ ਵੀ ਇਹ ਇੰਨੇ ਵਾਟ ਵਾਲੀਆਂ ਲਾਉਣੀਆਂ ਨੇ ਜਾਂ ਕਲਰ ਵਾਈਟ ਹੈਗਾ ਆ? ਹੁਣ ਕਈ ਵਾਰ ਜਿਵੇਂ ਹੁੰਦਾ ਵੀ ਬਾਹਰ ਦੇਖੋ ਸੂਰਜ ਦੀ ਰੋਸ਼ਨੀ ਹੈ, ਉਹਦਾ ਅੱਡ ਫਰਕ ਹੁੰਦਾ। ਇਹ ਲਾਈਟਾਂ ਦਾ ਕੀ ਉਹ ਆ? ਕੋਈ ਯੈਲੋ ਲਾਈਟ ਜਾਂ ਹੋਰ ਲਾਈਟਾਂ? ਦੇਖੋ ਜੀ, ਪਲਾਂਟ ਨੂੰ ਕਈ ਤਰ੍ਹਾਂ ਦੀ ਵੇਵਲੈਂਥ ਦੀ ਲਾਈਟ ਚਾਹੀਦੀ ਹੁੰਦੀ ਹੈ ਤੇ ਜਿਹੜੀ ਉਹਨੂੰ ਬਾਹਰ ਸੂਰਜ ਜਿਵੇਂ ਵਿਬਗਿਓਰ ਹੁੰਦਾ ਉੱਥੇ 7 ਕਲਰਸ ਦੀ ਲਾਈਟ ਆਪਣਾ ਸੂਰਜ ਛੱਡਦਾ, ਉਸੇ ਤਰ੍ਹਾਂ ਇਹ ਲਾਈਟਸ ਤੋਂ ਪਲਾਂਟ ਉਹ ਸਾਰੀਆਂ ਲਾਈਟਸ ਲੈ ਕੇ ਫੋਟੋਸਿੰਥੇਸਿਸ ਦਾ ਪ੍ਰੋਸੈਸ ਪੂਰਾ ਕਰਕੇ ਆਪਣੀ ਗਰੋਥ ਕਰਦਾ। ਹੁਣ ਤੁਸੀਂ ਦੇਖ ਸਕਦੇ ਹੋ ਕਿ ਆਰਟੀਫੀਸ਼ੀਅਲ ਲਾਈਟ ਦੇ ਵਿੱਚ ਵੀ ਨੈਚੁਰਲ ਲਾਈਟ ਨਾਲੋਂ ਵਧੀਆ ਗਰੋਥ ਆਈ ਹੋਈ ਹੈ। ਜਿਹੜਾ ਪਲਾਂਟ ਬਾਹਰ 60 ਦਿਨਾਂ ਦੇ ਵਿੱਚ ਤਿਆਰ ਹੁੰਦਾ ਹੈ, ਇੱਥੇ ਉਹ ਪਲਾਂਟ 40 ਤੋਂ 45 ਦਿਨਾਂ ਦੇ ਵਿੱਚ ਤਿਆਰ ਹੋ ਜਾਂਦਾ ਹੈ ਤੇ ਇਸ ਟੈਕਨੀਕ ਦੇ ਰਾਹੀਂ ਅਸੀਂ ਜ਼ਿਆਦਾ ਪ੍ਰੋਡਕਸ਼ਨ ਲੈ ਸਕਦੇ ਹਾਂ। ਜੇ ਅਸੀਂ ਸਾਲ ਦੇ ਬਾਹਰ 5 ਸਾਈਕਲ ਲੈ ਸਕਦੇ ਤਾਂ ਇੱਥੇ ਆਪਾਂ 9 ਤੋਂ 10 ਸਾਈਕਲ ਲੈ ਸਕਦੇ ਹਾਂ ਕ੍ਰੌਪ ਸਾਈਕਲ। ਬਾਜੀ ਪਾਣੀ ਤੋਂ ਬਿਨਾ ਜਿਵੇਂ ਹੁਣ ਹੁੰਦਾ ਨਾ ਵੀ ਆਪਾਂ ਬਾਹਰ ਤਾਂ ਜ਼ਮੀਨ ਦੇ ਵਿੱਚ ਕਹਿ ਦਈਏ ਕੋਈ ਡਾਈ ਪਾਉਂਦਾ, ਕੋਈ ਯੂਰੀਆ ਪਾਉਂਦਾ, ਹੋਰ ਪਤਾ ਨਹੀਂ ਕਿੰਨੀਆਂ ਕੁ ਦਵਾਈਆਂ ਆਪਾਂ ਪਾਉਂਦੇ ਆ, ਹੈ ਨਾ? ਤੇ ਇਹਦੇ ਵਿੱਚ ਫਿਰ ਤੁਸੀਂ ਪਾਣੀ ਦੇ ਨਾਲ ਤੁਹਾਨੂੰ ਕੁਝ ਨਿਊਟ੍ਰੀਸ਼ਨ ਵਗੈਰਾ ਦੇਣੇ ਪੈਂਦੇ ਨੇ? ਹਾਂਜੀ, ਜਿਹੜਾ ਪਲਾਂਟ ਨੂੰ ਦੇਖੋ ਜੀ ਨਿਊਟ੍ਰੀਸ਼ਨ ਤਾਂ ਚਾਹੀਦਾ ਗਰੋ ਕਰਨ ਦੇ ਲਈ ਤੇ ਉਹ ਅਸੀਂ ਨਿਊਟ੍ਰੀਸ਼ਨ ਜੋ ਵੀ ਉਹਦਾ ਨਿਊਟ੍ਰੀਐਂਟਸ ਹੈ ਉਹ ਅਸੀਂ ਪਾਣੀ ਦੇ ਵਿੱਚ ਹੀ ਐਡ ਕਰ ਦਿੰਦੇ ਆ। ਪਾਣੀ ਵੀ ਸਾਡਾ ਆਰਓ ਦਾ ਹੁੰਦਾ। ਅਸੀਂ ਪਹਿਲਾਂ ਬੋਰਵੈਲ ਤੋਂ ਪਾਣੀ ਲੈ ਕੇ ਉਹਨੂੰ ਪਿਓਰੀਫਾਈ ਕਰਕੇ ਫਿਰ ਉਹਦੇ ਵਿੱਚ ਨਿਊਟ੍ਰੀਐਂਟਸ ਐਡ ਕਰਦੇ ਹਾਂ ਤੇ ਉਹੀ ਨਿਊਟ੍ਰੀਐਂਟਸ ਸਿਰਫ ਪਲਾਂਟ ਹੀ ਖਿੱਚਦਾ, ਉਹ ਕਿਤੇ ਲਾਸ ਨਹੀਂ ਹੁੰਦਾ। ਹੁਣ ਜੇ ਆਪਾਂ ਜ਼ਮੀਨ ਦੇ ਵਿੱਚ ਯੂਰੀਆ ਪਾਉਂਦੇ ਹਾਂ, DAP ਪਾਉਂਦੇ ਹਾਂ, ਉਹ ਸਾਰੀ ਪਲਾਂਟ ਨਹੀਂ ਅਬਜ਼ੌਰਬ ਕਰਦਾ। ਕੁਛ ਤਾਂ ਲੀਚ ਡਾਊਨ ਕਰ ਜਾਂਦਾ ਜ਼ਮੀਨ 'ਚ, ਕੁਛ ਇਵੈਪੋਰੇਟ ਵੀ ਹੋ ਜਾਂਦਾ ਸਨ ਨਾਲ ਤੇ ਪਲਾਂਟ ਨੂੰ ਬਹੁਤ ਘੱਟ ਪਰਸੈਂਟੇਜ ਮਿਲਦੀ ਹੈ। ਇਹਦੇ ਵਿੱਚ ਕਿਤੇ ਵੀ ਕੋਈ ਲਾਸ ਨਹੀਂ ਹੈਗਾ। ਮਤਲਬ ਇਹਦੇ ਵਿੱਚ ਨਿਊਟ੍ਰੀਐਂਟਸ ਦਾ ਖਰਚਾ ਨਾ ਦੇ ਬਰਾਬਰ ਹੀ ਹੁੰਦਾ ਕਿਉਂਕਿ ਉਹੀ ਨਿਊਟ੍ਰੀਐਂਟ ਸਾਰਾ ਟਾਈਮ ਸਰਕੂਲੇਟ ਕਰਦਾ ਰਹਿੰਦਾ। ਜੋ ਵੀ ਕੰਜ਼ੰਪਸ਼ਨ ਹੈ ਉਹ ਪਲਾਂਟ ਦੀ ਹੁੰਦੀ ਹੈ। ਤੇ ਜਿਹੜਾ
ਆਪਾਂ ਦੇਤਾ ਤੇ ਉਹਦੇ ਉੱਤੇ ਬਾਹਰ ਤਾਂ ਸਪਰੇਆਂ ਹੀ ਪੈਣੀਆਂ, ਹੁਣ ਜਿਵੇਂ ਤੁਸੀਂ ਇਹ ਯੈਲੋ ਕਾਰਡ ਲਾਏ ਹੋਏ ਆ ਦੇਖੋ ਟਰੈਪ, ਹੁਣ ਇਹ ਭਰੇ ਪਏ ਨੇ ਹਾਂਜੀ ਮੱਛਰਾਂ ਦੇ ਨਾਲ, ਇਹ ਤੋਂ ਬਿਨਾਂ ਕੋਈ ਉੱਤੇ ਤੁਹਾਨੂੰ ਅੱਜ ਤੱਕ ਕੋਈ ਦਿੱਕਤ ਆਈ ਆ? ਨਹੀਂ, ਸਾਨੂੰ ਅੱਜ ਤੱਕ, ਮੈਨੂੰ ਸਾਲ ਹੋ ਗਿਆ ਇਹ ਕਰਦੇ ਨੂੰ, ਅਸੀਂ ਅੱਜ ਤੱਕ ਇਹਦੇ ਅੰਦਰ ਕੋਈ ਸਪਰੇਅ ਨਹੀਂ ਕੀਤਾ। ਇਹ ਅਸੀਂ ਟਰੈਪਸ ਇਸੇ ਕਰਕੇ ਲਾਏ ਹੋਏ ਨੇ ਕਿ ਜੇ ਦਰਵਾਜ਼ੇ ਦੇ ਰਾਹੀਂ ਜਾਂ ਦਰਵਾਜ਼ੇ ਦੇ ਥੱਲੇੋਂ ਜਦੋਂ ਖੁੱਲ੍ਹਦਾ ਦਰਵਾਜ਼ਾ ਜੇ ਕੋਈ ਮਸਕੀਟੋਜ਼ ਜਾਂ ਕੋਈ ਪੈਸਟ ਅੰਦਰ ਆਉਂਦੇ ਆ ਤਾਂ ਉਹ ਆਪਣੇ ਆਪ ਆ ਕੇ ਟਰੈਪ ਹੋ ਜਾਂਦੇ ਆ, ਉਹ ਮਲਟੀਪਲਾਈ ਨਹੀਂ ਹੁੰਦੇ, ਉਹ ਉੱਥੇ ਹੀ ਖਤਮ ਹੋ ਜਾਂਦੇ ਆ। ਤੇ ਸਾਨੂੰ ਕੁਝ ਵੀ ਉੱਪਰ ਪੈਸਟੀਸਾਈਡ ਜਾਂ ਕੋਈ ਵੀ ਕੈਮੀਕਲ ਸਪਰੇਅ ਨਹੀਂ ਕਰਨਾ ਪੈਂਦਾ, ਇਸ ਕਰਕੇ ਨਿਊਟ੍ਰੀਸ਼ਨ ਵੈਲਿਊ ਵਾਈਜ਼ ਇਹ ਕ੍ਰੌਪਸ ਜ਼ਿਆਦਾ ਹੈਲਦੀ ਰਹਿੰਦੀ। ਸ਼ੁਰੂ ਕਿਦੋਂ ਕੀਤਾ ਸੀ ਕੰਮ ਇਹ ਕਦੋਂ? ਮੈਂ 2020 ਦੇ 2021 ਦੇ ਸਟਾਰਟਿੰਗ ਚ ਲਾਇਆ ਸੀਗਾ ਜੀ, ਜਨਵਰੀ ਦੇ ਵਿੱਚ, ਮਤਲਬ ਇਸੇ ਸਾਲ ਦੇ ਸਟਾਰਟਿੰਗ ਦੇ। ਹਾਂਜੀ, ਪਹਿਲਾਂ ਤੁਸੀਂ ਪੋਲੀ ਹਾਊਸ ਵਗੈਰਾ ਕਰਦੀ ਉਹ ਚੱਲ ਰਿਹਾ ਜੀ, ਉਹ ਜੀ ਜੀ। ਤੇ ਆਹ ਫਿਰ ਇਹ ਤੁਹਾਡੇ ਕਲੋਜ਼ਰ ਹੋ ਗਏ ਹਨਾ, ਵੀ ਜਿਵੇਂ ਤੁਸੀਂ ਜਿਹੜਾ ਬੰਦ ਕਰਨਾ ਹੈ? ਹਾਂਜੀ, ਜਿਹੜਾ ਤੁਸੀਂ ਲੇਅਰ ਬੰਦ ਕਰਨੀ ਆ ਉਹਨੂੰ ਤੁਸੀਂ ਬੰਦ ਕਰ ਸਕਦੇ ਹੋ। ਕੋਈ ਹਾਰਵੈਸਟ ਤੁਸੀਂ ਕਲੀਅਰ ਕਰ ਲਈ, ਉਹਨੂੰ ਬੰਦ ਕਰ ਦਿਓ, ਉਹਨੂੰ ਬਾਅਦ। ਆਟੋਮੈਟਿਕ ਵਾਲਾ ਸਿਸਟਮ ਤੁਸੀਂ ਕਿੱਦਾਂ ਲਾਇਆ ਹੋਇਆ, ਜਿਵੇਂ ਆ ਹੁਣ ਤੁਸੀਂ ਲਾਈਆਂ ਹੋਈਆਂ ਇੱਧਰ ਐਮਸੀਆਂ ਵਗੈਰਾ? ਲੱਗਿਆ ਹੋਇਆ ਜੀ ਸਾਹਮਣੇ, ਅੱਛਾ, ਆ ਸਾਰਾ ਮੇਨ ਇਹ ਉਰੇ ਆ ਯੂਨਿਟ ਹੈ ਜੀ ਇਹਦਾ ਮੇਨ। ਅੱਛਾ, ਇਹੀ ਸਾਰਾ ਫਾਰਮ ਕੰਟਰੋਲ ਕਰਦਾ ਹੈ। ਆਪਾਂ ਇਹਦੇ ਚ ਸੀਰੀ ਇਹ ਆ, ਸੀਰੀ ਇਹ ਹੈ ਜੀ ਮੇਰਾ। ਹਾਂਜੀ, ਇਹਨੂੰ ਆਪਾਂ ਹਾਰਟ ਆਫ ਦਾ ਫਾਰਮ ਕਹਿ ਸਕਦੇ ਹਾਂ। ਇਹਨਾਂ ਹੀ ਲਾਈਟਸ ਕੰਟਰੋਲ ਕਰਨੀਆਂ, ਇਹਨਾਂ ਹੀ ਪਾਣੀ ਦੀ ਇਰੀਗੇਸ਼ਨ ਕੰਟਰੋਲ ਕਰਨੀ ਹੈ, ਕਦੋਂ ਚਲਾਣੀ ਹੈ, ਕਦੋਂ ਬੰਦ ਕਰਨੀ ਹੈ, ਕਿੰਨੀ ਹਿਊਮਿਡਿਟੀ, ਕਿੰਨਾ ਟੈਂਪਰੇਚਰ, ਸਭ ਕੁਝ ਇਹਨੇ ਕੰਟਰੋਲ ਕਰਨਾ ਹੈ। ਆਪਾਂ ਸਿਰਫ ਇੱਕ ਵਾਰੀ ਉਹਦੀ ਸੈਟਿੰਗ ਕਰਨੀ ਹੈ ਕਿ ਆਪਾਂ ਨੂੰ ਪੈਰਾਮੀਟਰ ਸੈੱਟ ਕਰ ਦਿੰਦੇ ਹਾਂ। ਟੈਂਪਰੇਚਰ ਜਿਵੇਂ ਆਮ ਜਿਹੜੇ ਉਹ ਉਗਾਉਂਦੇ ਨੇ, ਖੁੰਭਾਂ ਉਗਾਉਂਦੇ ਨੇ ਨਾ, ਉਹਨਾਂ ਨੂੰ ਅੰਦਰ ਮਤਲਬ ਫਰੀਜ਼ਿੰਗ ਟੈਂਪਰੇਚਰ ਦਾ ਰੱਖਣਾ ਪੈਂਦਾ ਧਿਆਨ, ਤਾਂ ਇੱਥੇ ਵੀ ਤੁਸੀਂ ਉਹਦੇ ਲਈ ਜਿਵੇਂ ਏਸੀ ਵਗੈਰਾ ਲਾਏ ਹੋਏ ਨੇ, ਤੇ ਏਸੀ ਨੂੰ ਵੀ ਫਿਰ ਇਹੀ ਉਹ ਕਰਦਾ ਹੈ ਵੀ ਟੈਂਪਰੇਚਰ? ਹਾਂਜੀ, ਆਪਾਂ ਇਹਨੂੰ ਕਨੈਕਟ ਕੀਤਾ ਹੋਇਆ ਇਹਦੇ ਨਾਲ, ਤੇ ਟੈਂਪਰੇਚਰ ਆਪਾਂ PLC ਦੇ ਵਿੱਚ ਸੈੱਟ ਕਰ ਦਿੰਦੇ ਆ ਕਿ ਜੇ ਮੰਨ ਲਓ ਸਾਨੂੰ ਪੂਰੇ ਸਾਲ 24 ਡਿਗਰੀ ਟੈਂਪਰੇਚਰ ਚਾਹੀਦਾ ਤਾਂ ਇਹਨੇ 24 ਡਿਗਰੀ ਮੇਨਟੇਨ ਕਰਕੇ ਰੱਖਣਾ। ਜਦੋਂ ਹੀ 24 ਤੋਂ ਉੱਤੇ ਜਾਏਗਾ ਏਸੀ ਆਨ ਹੋ ਜਾਏਗਾ ਆਪਣੇ ਆਪ। ਠੀਕ ਹੈ, ਹੁਣ ਤੁਸੀਂ ਇੱਥੇ ਇਹ ਕਮਰਾ ਆ ਕਿੰਨੀ ਜਗ੍ਹਾ ਦੇ ਵਿੱਚ, ਇੱਕ ਏਸੀ 1.5 ਟਨ ਦਾ ਮੈਂ ਕਹਿੰਦਾ ਤੁਸੀਂ ਲਾਇਆ, 2 ਟਨ ਦਾ ਏਸੀ ਲੱਗਿਆ ਹੋਇਆ? ਹਾਂਜੀ, ਇਹ ਕਮਰੇ ਲਈ ਇਨਾਫ ਹੈ ਜੀ। ਇਹ 560 ਸਕੁਅਰ ਫੀਟ ਦਾ ਕਮਰਾ ਹੈ ਜੀ, ਤੇ ਇੱਕ ਏਸੀ ਹੀ ਸਾਡਾ ਕੰਮ ਕਰੀ ਜਾਂਦਾ ਹੈ। ਇਹਦੇ ਉੱਤੇ ਫਿਰ ਜਿਹੜੀ ਛੱਤ ਆ, ਜੇ ਮੈਂ ਆਵਾਂ ਕਦੇ ਲੈਂਟਰ ਲਾ ਲਈ ਤਾਂ ਫਿਰ ਗਰਮ ਹੋਣ ਦਾ ਵੀ ਖਤਰਾ ਰਹਿੰਦਾ, ਤਾਂ ਫਿਰ ਇਹ PVC ਵਗੈਰਾ MC ਸਾਰਾ? ਇਹਨੂੰ ਇਨਸੂਲੇਟਡ ਪਫ ਪੈਨਲਸ ਕਹਿੰਦੇ ਆ ਜੀ, ਕਿਉਂਕਿ ਜਿਹੜੀ ਹੀਟ ਉੱਤੋਂ ਆਣੀ ਆ ਉਹ ਇਹਨੇ ਅੰਦਰ ਨਹੀਂ ਆਣ ਦੇਣੀ, ਤੇ ਜਿਹੜੀ ਅੰਦਰ ਦੀ ਕੂਲਿੰਗ ਹੈ, ਜਦੋਂ ਏਸੀ ਨੇ ਅੰਦਰ ਕੂਲਿੰਗ ਕਰਨੀ ਆ, ਉਹ ਇਹਨੇ ਬਾਹਰ ਨਹੀਂ ਜਾਣ ਦੇਣੀ। ਤਾਂ ਉਸ ਕਰਕੇ ਇੱਕ ਟੈਂਪਰੇਚਰ ਬਣਿਆ ਰਹਿੰਦਾ ਤੇ ਸਾਡਾ એનર્ਜੀ ਦਾ ਲਾਸ ਨਹੀਂ ਹੁੰਦਾ। ਹਾਂਜੀ, ਇਹਦੀ ਹੁਣ ਚਲੋ ਸਾਰਾ ਆਪਾਂ ਗੱਲਾਂ ਕੀਤੀਆਂ ਵੀ ਉਹ ਕੀ ਹੈ, ਹੁਣ ਮੈਨੂੰ ਦੱਸੋ ਵੀ ਇਹਦਾ ਪਹਿਲਾਂ ਖਰਚਾ ਇਹਦੇ ਕਿੰਨਾ ਆ ਗਿਆ ਸਾਰੇ ਸਿਸਟਮ ਦੇ ਉੱਤੇ ਤੁਹਾਡਾ? ਇਹਦਾ ਜੀ ਕੁਝ 14 ਲੱਖ ਰੁਪਏ ਖਰਚਾ ਆ ਗਿਆ ਸੀਗਾ ਮੇਰਾ। ਹਾਂਜੀ, ਤੁਹਾਨੂੰ ਚਲੋ ਵੀ ਹੌਲੀ ਹੌਲੀ ਚੱਲਦੀ ਹੈ, ਨਵੀਂ ਟੈਕਨੋਲੋਜੀ ਆ, ਤਾਂ ਹੁਣ ਹੁਣ ਆਪਣੇ ਆਪ ਚੱਲ ਪਿਆ ਪਾਣੀ? ਹੈ ਪਾਣੀ ਆਪਣੇ ਆਪ ਚੱਲ ਪਿਆ ਜੀ। ਠੀਕ ਹੈ, ਤਾਂ ਇਹ ਹੁਣ ਕਿੰਨੇ 4 ਮਿੰਟ ਚੱਲ ਕੇ ਆਪਣੇ ਆਪ ਬੰਦ ਹੋ ਜਾਣਾ ਜੀ। ਹਾਂਜੀ, ਬੜਾ ਸਿਆਣਾ ਬੰਦਾ ਰੱਖਿਆ ਤੁਸੀਂ ਫਿਰ। ਇਹ ਸਿਆਣਾ ਬੰਦਾ ਇਕੱਲਾ ਕਿੰਨੇ ਦਾ ਆ? ਇਹ ਉਸ ਪ੍ਰੋਜੈਕਟ ਦੇ ਵਿੱਚ ਦੀ ਪਾਰਟ ਸੀਗਾ ਜੀ। ਹਾਂਜੀ, ਤੇ ਇਹ ਸਿਆਣੇ ਬੰਦੇ ਨੇ ਬਿਜਲੀ ਉਨੀ ਸੇਵ ਕਰਨੀ ਹੈ ਤਾਂ ਕਿ ਪਾਣੀ ਉਨੀ ਦੇਰ ਮੋਟਰ ਚੱਲੇ ਜਿੰਨੀ ਕੁ ਦੇਰ ਉਹਨੂੰ ਲੋੜ ਹੈ। ਮੈਂ ਕਿਹਾ ਆਉਂਦਾ 8 9 10 ਹਜ਼ਾਰ ਚ ਦਿਹਾੜੀ ਮਿਲ ਜਾਂਦਾ, ਕਰਨ ਕੁਰਨ ਵਾਲਾ ਵੱਟਾ ਮੁੱਟਾ ਘੜਨ ਵਾਲਾ ਵੀ ਇਹ ਚੰਗਾ ਮਹਿੰਗਾ ਆਇਆ ਫਿਰ। ਉਹ ਇਹਨੇ ਫਿਰ ਬਿਹਾਰ ਨਹੀਂ ਨਾ ਜਾਣਾ ਜੀ ਵਾਪਸ, ਇਹਨੇ ਛੁੱਟੀ ਨਹੀਂ ਕਰਨੀ। ਹਾਂਜੀ, ਜਿਵੇਂ ਆਪਾਂ ਖਰਚਾ ਓਵਰ ਕਿੰਨਾ ਦੱਸ ਰਹੇ ਤੁਸੀਂ, ਕਿੰਨਾ ਹੈ? 14 ਲੱਖ ਰੁਪਏ ਦਾ। ਹਾਂਜੀ, ਹਾਂਜੀ, ਤਾਂ ਹੁਣ ਤਕਰੀਬਨ ਸਾਲ ਤੁਹਾਨੂੰ ਹੋ ਚੱਲਿਆ ਕਰਦੇ ਨੂੰ, ਤੇ ਇਹਦੀ ਆਊਟਪੁੱਟ ਹੁਣ ਮੈਂ ਆਪਾਂ ਕਰਦੇ ਨਾ, ਹਾਂਜੀ, ਤੁਸੀਂ 14 ਲੱਖ ਰੁਪਏ ਵੀ ਲਾਤਾ, ਬਾਅਦ ਤੁਸੀਂ ਪੋਲੀ ਹਾਊਸ ਤੇ ਵੀ ਪਹਿਲਾਂ ਖਰਚਾ ਕੀਤਾ ਪਿਆ ਚੰਗਾ ਹਨਾ, ਤੇ ਇਹ ਵੀ ਤੁਸੀਂ ਲਾਤਾ, ਤੇ ਹੁੰਦਾ ਵੀ ਆਪਾਂ ਨੇ ਪੈਸੇ ਤਾਂ ਆਪਾਂ ਚਲੋ ਲਾਈ ਜਾਂਦੇ ਆ, ਪਰ ਹੁੰਦਾ ਵੀ ਬਾਅਦ ਚ ਆਵੇ ਵੀ, ਇਨਕਮ ਵੀ ਆਵੇ ਹਨਾ, ਕਿਉਂਕਿ ਹਰ ਕਿਸਾਨ ਦੀ ਮੈਂ ਕਹਿੰਦਾ ਵੀ 2% ਵੀ ਨਹੀਂ ਹੈਗੇ ਕਿਸਾਨ ਗਿਣਵੇਂ ਉਂਗਲਾਂ ਤੇ ਨਾ, ਉਂਗਲਾਂ ਦੀ ਮਤਲਬ ਜਿੰਨੀਆਂ ਉਂਗਲਾਂ ਨਹੀਂ ਜਿੰਨੇ ਕੁ ਫਾਰਮਰ ਨੇ ਨਾ, ਤਾਂ ਵੀ ਇਹ ਆ ਵੀ ਕੀ ਇਹ ਖਰਚਾ ਤੁਹਾਡਾ ਕਿੰਨੇ ਚਿਰ ਚ ਮੋੜਦਾ? ਜੇ ਖਰਚਾ ਤੁਸੀਂ ਮੜਾਉਣਾ ਤਾਂ ਉਹਦੇ ਲਈ ਕਿਸ ਤਰੀਕੇ ਦੀ ਖੇਤੀ ਕੀਤੀ ਜਾਵੇ, ਕਿਹੜੀਆਂ ਚੀਜ਼ਾਂ ਤੁਸੀਂ ਲਾਉਂਦੇ ਹੋ? ਦੇਖੋ ਜੀ, ਸਭ ਤੋਂ ਵੱਡਾ ਚੈਲੰਜ ਜਿਹੜਾ ਹਾਈਡਰੋਪੋਨਿਕਸ ਦੇ ਵਿੱਚ ਅੱਜ ਹੈਗਾ ਉਹ ਕੈਪੀਟਲ ਦਾ ਹੀ ਹੈ। ਇਹਦੇ 'ਚ ਇਨੀਸ਼ੀਅਲ ਕੈਪੀਟਲ ਕਾਸਟ ਬਹੁਤ ਜ਼ਿਆਦਾ ਆਉਂਦੀ ਹੈ। ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਸ 560 ਸਕੁਅਰ ਫੀਟ ਦੇ ਕਮਰੇ 'ਚ ਮੇਰੀ 14 ਲੱਖ ਰੁਪਏ ਦੀ ਕੈਪੀਟਲ ਲਾਈ ਹੈ, ਤਾਂ ਹੁਣ ਆਪਾਂ ਸਿਰਫ ਇੱਕ ਸ਼ੌਂਕ ਨੂੰ ਤਾਂ ਇਹ ਚੀਜ਼ ਨਹੀਂ ਲਾਈ ਨਾ, ਇੰਨਾ ਪੈਸਾ ਆਪਾਂ ਇੱਕ ਸ਼ੌਂਕ ਨੂੰ ਤਾਂ ਨਹੀਂ ਲਾਵਾਂਗੇ। ਐਟ ਦੀ ਐਂਡ ਆਫ ਦਾ ਡੇ ਇਕਨੋਮਿਕਸ ਦਾ ਰੂਲ ਕਹਿੰਦਾ ਕਿ ਤੁਸੀਂ ਰਿਟਰਨ ਔਨ ਇਨਵੈਸਟਮੈਂਟ ਕਿੰਨੀ ਹੈ ਤੁਹਾਡੀ, ਤੁਸੀਂ ਜਿੰਨਾ ਪੈਸਾ ਲਾਇਆ ਉਹ ਤੁਹਾਡਾ ਕਦੋਂ ਮੁੜੇਗਾ ਤੇ ਕਿਵੇਂ ਮੁੜੇਗਾ। ਤਾਂ ਇਹਦੀ ਰਿਵਰਸ ਇਕਨੋਮਿਕਸ ਚੱਲਦੀ ਹੈ ਹਾਈਡਰੋਪੋਨਿਕਸ ਦੀ। ਤੁਸੀਂ ਪਹਿਲਾਂ ਆਪਦੀ ਮਾਰਕੀਟ ਲੱਭਦੇ ਹੋ, ਤੁਹਾਨੂੰ ਪਹਿਲਾਂ ਆਪਦਾ ਟਾਰਗੇਟ ਕਸਟਮਰ ਲੱਭਣਾ ਕਿ ਤੁਸੀਂ ਉਹ ਕਿਹਨੂੰ ਇਹ ਚੀਜ਼ ਵੇਚਣੀ ਹੈ, ਕਿਉਂਕਿ ਹਾਈਡਰੋਪੋਨਿਕਸ ਲਈ ਕੋਈ ਸਪੈਸ਼ਲ ਮੰਡੀ ਨਹੀਂ ਹੈਗੀ, ਤੇ ਸਾਡਾ ਜਿੰਨਾ ਵੀ ਇੱਥੋਂ ਪ੍ਰੋਡਿਊਸ ਹੈ ਉਹ ਮੰਡੀ 'ਚ ਨਹੀਂ ਜਾਂਦਾ, ਉਹ ਸਿੱਧਾ ਕਸਟਮਰਸ ਦੇ ਕੋਲ ਜਾਂਦਾ ਹੈ। ਸਾਡੀ ਆਪਦੀ ਵੈਬਸਾਈਟ ਹੈ, ਔਰ ਇਹ ਪ੍ਰੋਜੈਕਟ ਲਾਉਣ ਤੋਂ ਪਹਿਲਾਂ ਮੇਰੀ ਵੈਬਸਾਈਟ ਬਣ ਚੁੱਕੀ ਸੀਗੀ। ਫਾਰਮ ਕਲਟ ਮੇਰਾ ਬ੍ਰਾਂਡ ਹੈ ਜੀ, ਇਹ ਸਾਡਾ ਸਟਾਰਟਅਪ ਹੈ। ਸੋ ਮੈਂ ਇੱਕ ਫਾਰਮ ਟੂ ਫੋਕ, ਫਾਰਮ ਤੋਂ ਲੈ ਕੇ ਇੱਕ ਫੋਕ ਤੱਕ, ਜਿਹਦੇ ਟੇਬਲ ਤੱਕ ਡਾਇਰੈਕਟ ਸਾਡਾ ਉਹ ਚੈਨਲ ਹੈ। ਮਤਲਬ ਅਸੀਂ ਵਿਚਲੇ ਜਿੰਨੇ ਵੀ ਮਿਡਲਮੈਨ ਸੀਗੇ ਉਹ ਸਾਰੇ ਰਿਮੂਵ ਕਰਤੇ,
ਇਹ ਪ੍ਰੋਜੈਕਟ ਲਾਉਣ ਤੋਂ ਪਹਿਲਾਂ ਮੈਂ ਆਪਣੀ ਵੈਬਸਾਈਟ ਬਣਾ ਲਈ ਸੀਗੀ। ਮੈਨੂੰ ਇਹ ਪਤਾ ਸੀਗਾ ਕਿ ਮੈਂ ਵੇਚਣਾ ਕਿੱਥੇ ਹੈ, ਕਸਟਮਰਸ ਕਿੱਥੇ ਨੇ। ਫਿਰ ਮੈਂ ਪ੍ਰੋਜੈਕਟ ਲਾਇਆ ਸੀਗਾ ਤੇ ਅੱਜ ਦੀ ਡੇਟ 'ਚ ਮੈਨੂੰ ਇਹ ਪ੍ਰੋਜੈਕਟ ਅਰਾਊਂਡ 40% ਦੀ ਰਿਟਰਨ ਦੇ ਰਿਹਾ ਜੀ। ਹੁਣ ਜਦੋਂ ਇਹ ਲੈਟਸ ਜਿਹੜੀ ਹੈ ਇਹਨੂੰ ਇੱਕ 22 ਤੋਂ 24 ਡਿਗਰੀ ਦਾ ਟੈਂਪਰੇਚਰ ਚਾਹੀਦਾ ਹੈ ਗਰੋ ਕਰਨ ਦੇ ਲਈ। ਹੁਣ ਆਪਣੇ ਪੰਜਾਬ ਦੇ ਵਿੱਚ ਸਿਰਫ 4 ਤੋਂ 5 ਮਹੀਨੇ ਗਰੋ ਹੋ ਸਕਦੀ ਹੈ, ਜਾਂ ਨਾਰਥ ਇੰਡੀਆ ਦੀ ਗੱਲ ਕਰੀਏ, ਪਰ ਡਿਮਾਂਡ ਜਿਹੜੀ ਹੈ ਉਹ ਸਾਰਾ ਸਾਲ ਕੰਟੀਨਿਊ ਰਹਿੰਦੀ ਹੈ। ਤੇ ਗਰਮੀਆਂ ਦੇ ਵਿੱਚ ਇਸ ਦਾ ਰੇਟ ਹੋਲਸੇਲ ਮਾਰਕੀਟ ਦੇ ਵਿੱਚ 300 ਤੋਂ 350 ਰੁਪਇਆ ਪਰ ਕੇਜੀ ਹੋ ਜਾਂਦਾ। ਤੇ ਮਤਲਬ ਅਜੇ ਤੱਕ ਮੈਨੂੰ ਸਾਲ 'ਚ ਇਹੀ ਐਕਸਪੀਰੀਅੰਸ ਹੋਇਆ ਕਿ ਇਹ ਘਾਟੇ ਵਾਲਾ ਸੌਦਾ ਨਹੀਂ ਜੀ। ਤਾਂ ਵਿਦਿਨ 3 ਇਅਰਸ ਮੈਂ ਬ੍ਰੇਕ ਈਵਨ ਤੇ ਆ ਜਾਵਾਂਗਾ। ਹਾਂਜੀ, ਇਹ ਫਿਰ ਹੁਣ ਜਿਹੜੇ ਤੁਸੀਂ ਇਹ ਬਣਾਏ ਹੋਏ ਨੇ ਪ੍ਰੋਡਕਟਸ, ਇਹਦੀ ਸਪਲਾਈ ਫਿਰ ਕਿੱਦਾਂ ਤੁਸੀਂ ਕਰਦੇ ਹੋ? ਕਿਉਂਕਿ ਖਰਚਾ ਵੀ ਆਉਂਦਾ। ਇਹਦੀ ਪੈਕਿੰਗ ਦਾ ਕੋਈ ਹੈ ਵੀ, ਜਿਵੇਂ ਤੁਸੀਂ ਕਿਲੋਆਂ ਦੇ ਹਿਸਾਬ ਨਾਲ ਜ਼ਿਕਰ ਕਰਦੇ ਹੋ, ਪਰ ਇਹਦੇ ਵਿੱਚ ਹੁਣ ਕੀ ਕਿਵੇਂ ਰੱਖਦੇ ਹੋ? ਤੇ ਇੱਕ ਗੱਲ ਹੋਰ ਵੀ ਹੈ ਵੀ ਇਹਦੀ ਡਿਊਰੇਬਿਲਿਟੀ ਕਿੰਨੀ ਹੋ ਜਾਂਦੀ? ਇੱਕ ਹੁੰਦਾ ਨਾ ਵੀ ਆਪਾਂ ਫਰੈਸ਼ਨੈਸ ਆ ਜਿਹੜੀ, ਉਹਦਾ ਕਿੰਨਾ ਕੁ ਫਰਕ ਪੈਂਦਾ? ਅਸੀਂ ਜਿਵੇਂ ਮੈਂ ਤੁਹਾਨੂੰ ਪਹਿਲੀ ਗੱਲ ਕੀਤੀ ਕਿ ਮੈਂ ਫਾਰਮ ਟੂ ਫੋਕ ਮਾਡਲ ਤੇ ਕੰਮ ਕਰ ਰਿਹਾ। ਇਹਦੇ ਵਿੱਚ ਆਪਾਂ ਦਿਨ ਡਿਸਾਈਡ ਕੀਤਾ ਹੋਇਆ ਜੀ। ਹਫਤੇ 'ਚ ਇੱਕ ਦਿਨ ਹਾਰਵੈਸਟ ਹੁੰਦੀ ਹੈ ਤੇ ਅਸੀਂ ਕਸਟਮਰਸ ਨੂੰ ਇਨਫੋਰਮ ਕੀਤਾ ਹੋਇਆ ਕਿ ਅਸੀਂ ਲੈਟਸ ਸੇ ਅਸੀਂ ਫਰਾਈਡੇ ਨੂੰ ਹਾਰਵੈਸਟ ਕਰਦੇ ਹਾਂ, ਤਾਂ ਵਿਦਿਨ 15 ਟੂ 20 ਆਵਰਸ ਅਸੀਂ ਕਸਟਮਰਸ ਦੇ ਘਰੇ ਇਹ ਉਹਨਾਂ ਦੇ ਸੈਲਡਸ ਪਹੁੰਚਾ ਦਿੰਦੇ ਹਾਂ। ਜਦੋਂ ਉਹ ਤੁਹਾਨੂੰ ਫੋਨ ਤੇ ਕਰਦੇ ਨੇ ਜਾਂ ਤੁਹਾਡੀ ਵੈਬਸਾਈਟ ਦਾ ਵੀ ਇਹਦੇ ਵਿੱਚ ਰੋਲ ਹੈ? ਵੈਬਸਾਈਟ ਦਾ ਬਹੁਤ ਵੱਡਾ ਰੋਲ ਹੈ ਜੀ। ਤੇ ਵੈਬਸਾਈਟ ਤੋਂ ਇੱਕ ਵਾਰੀ ਕਸਟਮਰ ਸਾਡੇ ਨਾਲ ਇਨ ਟੱਚ ਹੋ ਜਾਂਦਾ, ਫਿਰ ਚਾਹੇ ਉਹ WhatsApp ਬਿਜ਼ਨਸ ਅਕਾਊਂਟ ਤੋਂ ਸਾਨੂੰ ਆਰਡਰ ਪਲੇਸ ਕਰਦੇ, ਪਰ ਉਹਨਾਂ ਦੇ ਕੰਟੀਨਿਊਟੀ ਬਣੀ ਰਹਿੰਦੀ ਹੈ। ਪਰ ਇਹਦੇ 'ਚ ਕੀ ਹੈ ਕਿ ਇੱਕ ਵਾਰੀ ਕਸਟਮਰ ਦੇ ਘਰੇ ਪਹੁੰਚ ਗਿਆ, ਜਦੋਂ ਰੈਫਰੀਜਰੇਟ ਕਰ ਲੈਂਦੇ ਨੇ, ਫਿਰ ਇਹਦੀ ਸ਼ੈਲਫ ਲਾਈਫ ਐਟਲੀਸਟ 1 ਵੀਕ ਹੈਗੀ ਹੈ ਜੀ, ਇੱਕ ਹਫਤਾ ਚੱਲ ਜਾਂਦਾ। ਪਰ ਹੁਣ ਕਦੇ ਕਦੇ ਮਤਲਬ ਮੁੜ ਕੇ ਕਦੇ ਪਿੱਛੇ ਨਹੀਂ ਦੇਖਿਆ ਬੰਬੇ ਦੀ ਜੌਬ ਵੱਲ, ਜਾਂ ਫਿਰ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਵੀ ਵਰਕ ਐਕਸਪੀਰੀਅੰਸ ਇੰਨਾ ਕਿ ਕੈਨੇਡਾ ਦੀ PR ਤਾਂ ਆਰਾਮ ਨਾਲ ਮਿਲਦੀ ਆ? PR ਹੈਗੀ ਹੈ ਜੀ ਮੇਰੇ ਕੋਲ। ਮੈਨੂੰ 2 ਸਾਲ ਪਹਿਲਾਂ PR ਮਿਲ ਗਈ ਸੀ। ਠੀਕ ਹੈ। ਮੈਂ ਕੈਨੇਡੀਅਨ ਰੈਜ਼ੀਡੈਂਟ ਹਾਂ। ਮੈਂ ਸਿਰਫ 2 ਹਫ਼ਤੇ ਲਈ ਗਿਆ ਸੀ ਤੇ ਮੈਂ ਐਂਟਰੀ ਐਗਜ਼ਿਟ ਕਰਕੇ ਵਾਪਸ ਆ ਗਿਆ ਸੀਗਾ। ਇਹ ਇੱਕ ਪਰਸਨਲ ਚੋਇਸ ਹੈ ਜੀ। ਠੀਕ ਹੈ ਜੀ, ਮੈਂ ਨਹੀਂ ਕਹਿੰਦਾ ਕਿ ਉੱਥੇ ਕੁਝ ਹੈ ਨਹੀਂ ਜਾਂ ਇੱਥੇ ਕੁਝ ਹੈ ਨਹੀਂ। ਹਰੇਕ ਜਗ੍ਹਾ ਤੁਸੀਂ ਜਿੱਥੇ ਵੀ ਮਿਹਨਤ ਕਰੋਗੇ ਮੇਰੇ ਲਿਹਾਜ਼ ਨਾਲ ਤੁਸੀਂ ਕਾਮਯਾਬੀ ਪਾ ਲਓਗੇ। ਤੇ ਇਹ ਮੇਰੀ ਪਰਸਨਲ ਚੋਇਸ ਸੀਗੀ। ਸਾਡੇ ਨਾਲ ਡਾਕਟਰ ਨਿਖਿਲ ਜੀ ਵੀ ਮੌਜੂਦ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਜਿਵੇਂ ਤੁਸੀਂ ਉਹਨੂੰ ਲੰਮਾ ਅਰਸਾ ਹੋ ਗਿਆ ਪੰਜਾਬ ਦੇ ਵਿੱਚ ਜਿਹੜੀ ਪੋਲੀ ਹਾਊਸ ਦੀ ਖੇਤੀ ਆ ਉਹਨੂੰ ਕਿਸਾਨਾਂ ਦੇ ਨਾਲ ਤੁਸੀਂ ਜੁੜ ਕੇ ਪ੍ਰਮੋਟ ਕਰ ਰਹੇ ਹੋ, ਪਰ ਇਹ ਜਿਹੜੀ ਇਹ ਚੀਜ਼ ਆ ਹਾਈਡਰੋਪੋਨਿਕ ਆ, ਮੈਂ ਕਹਿੰਦਾ ਤੁਸੀਂ ਇਜ਼ਰਾਈਲ ਵੀ ਘੁੰਮੇ ਫਿਰੇ ਹੋ, ਉੱਥੇ ਦੇਖਿਆ, ਪਰ ਉੱਥੇ ਤਾਂ ਕਹਿ ਦਿੰਦੇ ਨੇ ਵੀ ਨਾ ਉੱਥੇ ਜ਼ਮੀਨ ਉਹ ਉਪਜਾਊ ਨਹੀਂ ਹੈਗੀ, ਤਾਂ ਉਹਨਾਂ ਇੰਨੀ ਟੈਕਨੋਲੋਜੀ ਡਿਵੈਲਪ ਕਰ ਲਈ ਆ ਕਿ ਅੱਜ ਦੁਨੀਆ ਦੇ ਵਿੱਚ ਸਭ ਤੋਂ ਟੌਪ ਕਲਾਸ ਜਿਹੜੀ ਖੇਤੀ ਇਜ਼ਰਾਈਲ ਦੀ ਮੰਨੀ ਜਾਂਦੀ ਆ। ਤੇ ਉਹੀ ਸਿਸਟਮ ਨੂੰ ਜਦੋਂ ਆਪਾਂ ਪੰਜਾਬ 'ਚ ਦੇਖਦੇ ਹਾਂ ਵੀ ਨਵੇਂ ਮੁੰਡੇ ਇਸ ਪਾਸੇ ਨੂੰ ਕਰਦੇ ਨੇ, ਤਾਂ ਇਸ ਖੇਤੀ ਨੂੰ ਲੈ ਕੇ ਤੁਹਾਡਾ ਪਹਿਲਾ ਕਮੈਂਟ ਕੀ ਹੈ? ਮੈਂ ਕਹਿੰਦਾ ਕਿ ਇਹ ਤਕਨੀਕ ਜਿਹੜੀ ਹੈਗੀ ਹੈ, ਜਿਹੜੀ ਆਪਾਂ ਸੋਚਦੇ ਹਾਂ ਕਿ ਬਾਹਰਲੇ ਮੁਲਕਾਂ 'ਚ, ਕੈਨੇਡਾ 'ਚ, ਅਮਰੀਕਾ 'ਚ, ਯੂਰਪ 'ਚ ਹੁੰਦੀ ਹੈ, ਪੰਜਾਬ 'ਚ ਵੀ ਇਹ ਤਕਨੀਕ ਆਸਾਨੀ ਨਾਲ ਹੋ ਸਕਦੀ ਹੈ। ਤੇ ਕਿਸਾਨ ਸਾਡੇ ਪ੍ਰਿਤਪਾਲ ਜੀ ਨੇ ਇਹ ਕਾਮਯਾਬ ਕਰਕੇ ਦਿਖਾਈ ਵੀ ਹੈ। ਇਸ ਤਕਨੀਕ ਦੇ ਵਿੱਚ ਤੁਸੀਂ ਜਿਹੜੀ ਦੇਖੋਗੇ ਕਿ ਇਹ ਇੱਕ ਤਾਂ ਹਾਈਡਰੋਪੋਨਿਕਸ ਹੈ, NFT ਟੈਕਨੀਕ ਆ। ਉਸ ਤੋਂ ਬਾਅਦ ਆਰਟੀਫਿਸ਼ੀਅਲੀ ਲਾਈਟ ਦੇ ਉੱਤੇ ਗਰੋ ਕਰ ਰਹੇ ਨੇ, ਵਰਟੀਕਲੀ ਗਰੋ ਕਰ ਰਹੇ ਨੇ, ਤੇ ਇਨਡੋਰ ਫਾਰਮ ਹੈ। ਇਨਡੋਰ ਮਤਲਬ ਪੂਰਾ ਇੱਕ ਰੂਮ ਹੈ, ਉਹਦੇ ਵਿੱਚ ਜਿਹੜੀ ਇਹ ਲੈਟਸ ਦੀ ਕ੍ਰੌਪ ਜਿਹੜੀ ਹੈ ਲੈ ਰਹੇ ਨੇ। ਤੇ ਇਹ ਜਿਹੜੀ ਇਨਡੋਰ ਫਾਰਮਿੰਗ ਹੈਗੀ ਹੈ, ਇਹ ਫਸਟ ਪ੍ਰੋਜੈਕਟ ਹੈ ਇਹਨਾਂ ਦਾ ਪੂਰੇ ਪੰਜਾਬ 'ਚ। ਠੀਕ ਹੈ, ਆਰਟੀਫਿਸ਼ੀਅਲ ਲਾਈਟ ਦੇ ਉੱਤੇ। ਤੇ ਮੈਂ ਕਹਿੰਦਾ ਕਿ ਇਹਨਾਂ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਪੰਜਾਬ ਦੇ ਵਿੱਚ ਕਿ ਜਿਹੜੀਆਂ ਟੈਕਨੀਕਸ ਜਿਹੜੀਆਂ ਖੇਤੀ ਬਾਹਰਲੇ ਮੁਲਕਾਂ 'ਚ ਹੋ ਸਕਦੀ ਹੈ, ਪੰਜਾਬ 'ਚ ਵੀ ਹੋ ਸਕਦੀ ਹੈ। ਇਹਨਾਂ ਨੇ ਛੋਟੇ ਜਿਹੇ ਇੱਕ ਰੂਮ ਦੇ ਵਿੱਚ ਇੱਕ ਸਟੈਂਡਰਡਾਈਜ਼ ਕੀਤਾ ਹੈਗਾ ਇਹਨੂੰ, ਇਸ ਤਕਨੀਕ ਨੂੰ। ਸਾਰਾ ਕੁਝ ਇਹਨਾਂ ਨੇ ਆਪ ਗਰੋ ਕਰਕੇ ਦਿਖਾਇਆ ਹੈਗਾ। ਤੇ ਹਜੇ ਜਿਹੜੀ ਖੁਦ ਮਾਰਕੀਟਿੰਗ ਜਿਹੜੀ ਸਿਸਟਮ ਇਹਨਾਂ ਦਾ ਹੈਗਾ, ਉਹਦੇ ਨਾਲ ਇਹਨਾਂ ਨੂੰ ਜ਼ਿਆਦਾ ਇਹਦੇ ਵਿੱਚ ਪ੍ਰੋਫਿਟ ਹੋ ਰਿਹਾ। ਮਾਰਕੀਟਿੰਗ ਸਿਸਟਮ ਸੈੱਟ ਕਰਨ ਦੇ ਨਾਲ ਹੀ ਜਿਹੜੀ ਹੈ ਇਹਦੇ ਵਿੱਚੋਂ ਜਿਹੜੀ ਇਹਨਾਂ ਨੂੰ ਅੱਛੀ ਆਮਦਨ ਹੋ ਰਹੀ ਹੈ। ਹੋ ਸਕਦਾ ਕਿ ਅੱਗੇ ਇਹ ਤਕਨੀਕ ਨੂੰ ਹੋਰ ਲਾਰਜ ਸਕੇਲ 'ਤੇ ਵੀ ਅਪਣਾਉਣਗੇ। ਤੇ ਜਿਹੜੀ ਇਹ ਟੈਕਨੀਕ ਹੈਗੀ ਹੈ, ਤੁਸੀਂ ਇਹ ਦੇਖੋਗੇ ਸੋਇਲਲੈਸ ਹੈ, ਹਾਈਡਰੋਪੋਨਿਕਸ ਹੈ, NFT ਜਿਹੜੀ ਟੈਕਨੀਕ ਹੈ, ਇਹ ਟੈਕਨੀਕ ਜਿਹੜੀ ਹੈ ਇਹ ਜਿੱਥੇ ਸੋਇਲ ਇਜ਼ ਅ ਲਿਮਿਟਿੰਗ ਫੈਕਟਰ, ਮਤਲਬ ਜਿੱਥੇ ਸੋਇਲ ਨਹੀਂ ਹੈਗੀ ਜਾਂ ਸੋਇਲ ਪ੍ਰੋਬਲਮੈਟਿਕ ਹੈਗੀ ਹੈ, ਸਲਾਈਨ ਸੋਇਲਸ ਨੇ, ਜਿੱਥੇ ਜ਼ਮੀਨ ਦੀ ECPH ਜ਼ਿਆਦਾ ਹੈ। ਤੁਸੀਂ ਪੰਜਾਬ ਦੇ ਵਿੱਚ ਜੇ ਸਾਊਥ ਵੈਸਟਰਨ ਪੰਜਾਬ, ਆਪਣਾ ਬਠਿੰਡਾ, ਅਬੋਹਰ, ਫਾਜ਼ਿਲਕਾ ਵਾਲੇ ਏਰੀਏ 'ਚ ਜਿੱਥੇ
ਸੋਇਲ ਦੀ ਈਸੀ ਜਿਹੜੀ ਹੈਗੀ ਹੈ ਉਹ ਲਗਭਗ 2 ਤੋਂ ਵੀ ਉੱਪਰ ਹੈਗੀ ਹੈ, 2 3 4 ਈਸੀ ਤੱਕ ਹੈਗੀ ਹੈ ਮਿੱਟੀ। ਨਮਕ ਜ਼ਿਆਦਾ ਸੋਇਲ ਦੇ ਵਿੱਚ। ਤੇ ਜਿਹੜਾ ਜ਼ਮੀਨ ਹੇਠਲਾ ਪਾਣੀ ਹੈ ਉਹਦਾ TDS 3000 ppm ਤੋਂ ਲੈ ਕੇ 4000 ppm ਤੱਕ ਹੈਗਾ। ਇਹਨਾਂ ਕੰਡੀਸ਼ਨਾਂ ਦੇ ਵਿੱਚ ਫਿਰ ਸਾਨੂੰ ਹਾਈਡਰੋਪੋਨਿਕ ਸੋਇਲਲੈਸ ਫਾਰਮਿੰਗ ਵੱਲ ਅਸੀਂ ਆ ਸਕਦੇ ਹਾਂ। ਲੇਕਿਨ ਕੰਡੀਸ਼ਨ ਜਿਹੜੀ ਹੈਗੀ ਹੈ ਕਿ ਇਹ ਸਾਡਾ ਮਾਰਕੀਟਿੰਗ ਸਿਸਟਮ, ਜੇ ਸਾਨੂੰ ਰੇਟ ਮਿਲੇ ਤੇ ਅਸੀਂ ਕੁਝ ਵੀ ਗਰੋ ਕਰ ਸਕਦੇ ਹਾਂ। ਠੀਕ ਹੈ, ਮੇਨ ਤਾਂ ਸਾਰਾ ਮਾਰਕੀਟਿੰਗ ਸਿਸਟਮ ਦੇ ਉੱਤੇ। ਆਪਾਂ ਦੇਖ ਰਹੇ ਇੱਥੇ ਵੀ ਲਾਈਟਾਂ, ਪ੍ਰਿਤਪਾਲ ਜੀ ਨੂੰ ਮੈਂ ਗੱਲ ਕਰ ਰਿਹਾ ਵੀ ਲਾਈਟਾਂ ਲੱਗੀਆਂ ਨੇ, ਸਾਰਾ ਕੁਝ ਆਰਟੀਫੀਸ਼ੀਅਲ ਕੀਤਾ ਪਿਆ। ਇੱਕ ਗੱਲ ਹੁਣ ਕੋਈ ਕਮੈਂਟ ਕਰਦਾ ਵੀ ਦੇਖੋ ਜਿਹੜੀ ਚੀਜ਼ ਮਿੱਟੀ 'ਚ ਹੋ ਸਕਦੀ ਹੈ, ਬਾਹਰ ਸੂਰਜ ਦੀ ਰੋਸ਼ਨੀ ਆ ਜਾਂ ਇਹ ਚੀਜ਼ਾਂ ਨੇ, ਇਹਦੇ ਨਾਲ ਕਿਤੇ ਨਿਊਟ੍ਰੀਸ਼ਨ ਵੈਲਿਊ ਦੇ ਵਿੱਚ ਫਰਕ ਪੈਂਦਾ? ਕਿਉਂਕਿ ਇੱਕ ਤਾਂ ਸੋਇਲ ਦੇ ਵਿੱਚ ਨਿਊਟ੍ਰੀਸ਼ਨ ਮਿਲਣਾ, ਇੱਕ ਤੁਸੀਂ ਪਾਣੀ ਦੇ ਵਿੱਚ ਸਮਾਨ ਪਾ ਕੇ ਜਾਂ ਚੀਜ਼ਾਂ ਪਾ ਕੇ ਉਹ ਨਿਊਟ੍ਰੀਸ਼ਨ ਦੇਣਾ, ਨੈਚੁਰਲ ਲਾਈਟ ਆ, ਨੇਚਰ ਨਾਲੋਂ ਤੋੜ ਕੇ ਤੁਸੀਂ ਅਲੱਗ ਤੌਰ 'ਤੇ ਆਰਟੀਫੀਸ਼ੀਅਲ ਖੇਤੀ ਕਰ ਰਹੇ ਹੋ। ਤੇ ਇਹਦੇ ਵਿੱਚ ਕੋਈ ਡਿਫਰੈਂਸ ਨਿਊਟ੍ਰੀਸ਼ਨ ਵੈਲਿਊ ਦੇ ਵਿੱਚ ਜਾਂ ਹੋਰ ਚੀਜ਼ਾਂ ਦੇ ਵਿੱਚ ਤੁਹਾਨੂੰ ਲੱਗਦਾ? ਜਿਹੜੀ ਤੁਸੀਂ ਕੰਪੈਰੀਜ਼ਨ ਕਰ ਰਹੇ ਹੋ ਸੋਇਲ, ਆਪਾਂ ਮਿੱਟੀ 'ਚ ਜਿਹੜੀ ਖੇਤੀ ਕਰਦੇ ਹਾਂ ਉਹਦੇ ਵਿੱਚ ਇਹ ਹੈ ਕਿ ਮਿੱਟੀ ਜਿਹੜੀ ਹੈ ਸਭ ਤੋਂ ਇਕਨੋਮਿਕਲ ਮੀਡੀਆ ਹੈਗਾ, ਜਿਹੜਾ ਸਾਨੂੰ ਸਭ ਤੋਂ ਸਸਤਾ ਮਿਲਦਾ, ਜਿਹੜੇ ਸਾਡੀ ਕਹਿੰਦੇ ਆ ਮਾਂ ਭੂਮੀ ਹੈ ਸਾਡੀ। ਤੇ ਉਹਦੇ ਵਿੱਚ ਦੇਖੋ ਮਿੱਟੀ ਦੇ ਵਿੱਚ ਨਿਊਟ੍ਰੀਐਂਟ ਹੋਲਡਿੰਗ ਕਪੈਸਿਟੀ ਵੀ ਆ, ਉਹ ਨਿਊਟ੍ਰੀਐਂਟ ਵੀ ਹੋਲਡ ਕਰ ਲੈਂਦੀ ਹੈ ਤੇ ਪਾਣੀ ਵੀ ਹੋਲਡ ਕਰ ਲੈਂਦੀ ਹੈ। ਇਹਦੇ ਵਿੱਚ ਕੀ ਹੈ, ਤੁਹਾਨੂੰ ਸਾਰਾ ਕੁਝ ਜਿਹੜੇ ਨਿਊਟ੍ਰੀਐਂਟਸ ਜਿਹੜੇ ਨੇ 13 ਦੇ ਜਿਹੜੇ 17 ਐਲੀਮੈਂਟਸ ਨੇ, ਜਿਹੜੇ ਨਿਊਟ੍ਰੀਐਂਟਸ ਨੇ, ਉਹ ਸਾਰੇ ਤੁਹਾਨੂੰ ਪਾਣੀ 'ਚ ਘੋਲ ਕੇ ਬੂਟੇ ਨੂੰ ਦੇਣੇ ਪੈਂਦੇ ਨੇ ਪੂਰੀ ਬਰਾਬਰ ਮਾਤਰਾ ਦੇ ਵਿੱਚ। ਤੇ ਜਿਹੜੀ ਤੁਸੀਂ ਕਿਹਾ ਆਰਟੀਫੀਸ਼ੀਅਲ ਲਾਈਟ, ਦੇਖੋ ਪਲਾਂਟਸ ਨੂੰ ਲਾਈਟ ਤਾਂ ਚਾਹੀਦੀ ਹੈ। ਇਹ ਖੇਤੀ ਜਿਹੜੀ ਹੈ ਜ਼ਿਆਦਾਤਰ ਜਿਹੜੀ ਲੈਟਸ ਦੀ ਖੇਤੀ ਹੈ ਉਹ 6 ਮਹੀਨੇ ਆਪਣੇ ਪੰਜਾਬ 'ਚ ਹੁੰਦੀ ਹੈ, ਅਕਤੂਬਰ ਤੋਂ ਲੈ ਕੇ ਮਾਰਚ ਤੱਕ। ਇਹਦੇ ਅੰਦਰ ਤੁਸੀਂ ਸਾਰਾ ਸਾਲ ਕਰ ਸਕਦੇ ਹੋ। ਹੁਣ ਲੈਟਸ ਦਾ ਜਿਹੜਾ ਰੇਟ ਹੈ ਉਹ ਜਦੋਂ ਇਹ ਕ੍ਰੌਪ ਆਉਂਦੀ ਹੈ ਤੇ ਇਹ 10 ਰੁਪਏ ਕਿਲੋ ਵੀ ਵਿਕਦਾ, 20 ਰੁਪਏ ਕਿਲੋ ਵੀ ਵਿਕਦਾ। ਲੇਕਿਨ ਜੇ ਇਹੀ ਲੈਟਸ ਤੁਸੀਂ ਗਰਮੀਆਂ ਦੇ ਵਿੱਚ ਰੇਟ ਪੁੱਛੋਗੇ, ਜੂਨ ਜੁਲਾਈ ਦੇ ਵਿੱਚ ਜਦੋਂ ਸ਼ਾਦੀਆਂ ਉਸ ਤੋਂ ਬਾਅਦ ਸ਼ੁਰੂ ਹੁੰਦੀਆਂ ਨੇ ਬਰਸਾਤਾਂ, ਉਸ ਟਾਈਮ ਮੇਰਾ ਰੇਟ ਜਿਹੜਾ ਹੈਗਾ ਹੋ ਸਕਦਾ ਕਿ ਤੁਸੀਂ ਬਲੀਵ ਨਾ ਕਰੋ ਕਿ ਇਹ 300 ਰੁਪਏ ਕਿਲੋ ਵੀ ਵਿਕਦਾ ਹੈ। ਠੀਕ ਹੈ, ਇਹ ਖੇਤੀ ਹਾਈ ਵੈਲਿਊ ਵੈਜੀਟੇਬਲਸ ਲਈ ਹੈਗੀ ਹੈ। ਇਹਦੇ ਵਿੱਚ ਲੀਫੀ ਵੈਜੀਟੇਬਲ NFT ਵਿੱਚ ਬੈਟਰ ਨੇ, ਤੇ ਜਿਹੜੀਆਂ ਫਰੂਟ ਵੈਜੀਟੇਬਲਸ ਨੇ ਉਹ ਜਿਹੜੀਆਂ ਨੇ ਉਹ ਸਬਸਟ੍ਰੇਟ ਬੇਡ ਜਿਹੜਾ ਹਾਈਡਰੋਪੋਨਿਕ ਹੈ, ਗਰੋ ਬੈਗਸ 'ਚ ਅਸੀਂ ਜਿਹੜੀ ਕਰਦੇ ਹਾਂ ਜਾਂ ਟਰਫ ਦੇ ਵਿੱਚ ਅਸੀਂ ਕੋਕੋਪੀਟ 'ਚ ਖੇਤੀ ਕਰਦੇ ਹਾਂ, ਉਹ ਜ਼ਿਆਦਾ ਕਾਮਯਾਬ ਹੈ। ਇਹਦੇ ਵਿੱਚ ਤੁਸੀਂ ਹੋਰ ਹਰਬਸ ਲਗਾ ਸਕਦੇ ਹੋ, ਸਾਰੀਆਂ ਹਰਬਸ, ਜਿਵੇਂ ਬੇਸਿਲ ਹੈ, ਤੁਲਸੀ ਜਿਹਨੂੰ ਆਪਾਂ ਕਹਿੰਦੇ ਹਾਂ, ਲੀਫੀ ਬੇਸਿਲ ਹੋ ਗਿਆ, ਔਰਗੈਨੋ ਹੋ ਗਿਆ, ਲੈਟਸ ਹੋ ਗਿਆ। ਲੈਟਸ ਦੀਆਂ ਡਿਫਰੈਂਟ ਵੈਰਾਈਟੀਜ਼ ਨੇ। ਈਵਨ ਲੋਕੀ ਪਾਲਕ, ਮੇਥੀ, ਧਨੀਆ ਵੀ ਜਿਹੜੀਆਂ ਲੀਫੀ ਵੈਜੀਟੇਬਲਸ ਨੇ, ਈਵਨ ਪੁਦੀਨੇ ਦੇ ਟਰਾਇਲ ਵੀ ਕੀਤੇ ਹੋਏ ਨੇ ਹਰਬਸ ਦੇ, ਉਹ ਵੀ ਤੁਸੀਂ ਇਹਦੇ ਵਿੱਚ ਲਗਾ ਸਕਦੇ ਹੋ। ਇਹਦਾ ਜਿਹੜਾ ਜ਼ਿਆਦਾਤਰ ਜਿਹੜੀ ਲੋਕੀ ਇਹਨੂੰ ਆ ਰਹੇ ਨੇ, ਇੱਕ ਤਾਂ ਕਿਉਂਕਿ ਕੋਸਟਲੀ ਹੋਣ ਕਰਕੇ, ਇਨਵੈਸਟਮੈਂਟ ਜ਼ਿਆਦਾ ਹੋਣ ਕਰਕੇ ਲੋਕੀ ਕਿਚਨ ਗਾਰਡਨ ਦੇ ਵਿੱਚ, ਰੂਫਟੌਪ ਗਾਰਡਨ ਦੇ ਵਿੱਚ ਇਹਦਾ ਕਾਫੀ ਟਰੈਂਡ ਹੈ। ਤੇ ਇਜ਼ਰਾਈਲ ਦੇ ਵਿੱਚ ਇੱਕ ਜੈਰੂਸਲਮ ਦੇ ਵਿੱਚ ਇੱਕ ਮੈਂ ਮਾਲ ਸੀਗਾ, ਜਿਹਦੇ ਛੱਤ ਦੇ ਉੱਤੇ, ਮਾਲ ਦੇ ਉੱਪਰ ਸਾਰਾ ਇਹ ਹਾਈਡਰੋਪੋਨਿਕ ਦਾ ਪ੍ਰੋਜੈਕਟ ਲੱਗਾ ਹੋਇਆ ਸੀ। ਇਸ ਤਰੀਕੇ ਦੇ ਨਾਲ ਜੇ ਕੋਈ ਹੋਟਲ ਇੰਡਸਟਰੀ, ਜਿਵੇਂ ਅੱਜ ਕੱਲ੍ਹ ਤੁਸੀਂ ਰੂਫ ਟੌਪ ਦੇ ਉੱਤੇ ਬਾਰ ਦੇਖੇ ਆ, ਰੈਸਟੋਰੈਂਟ ਲੱਗੇ ਆ ਓਪਨ ਏਅਰ ਦੇ ਵਿੱਚ, ਉਸ ਜਗ੍ਹਾ 'ਤੇ ਲੋਕੀ ਫਰੈਸ਼ ਵੈਜੀਟੇਬਲਸ ਜਿਹੜੀਆਂ ਇਸ ਤਰ੍ਹਾਂ ਉਗਾ ਸਕਦੇ ਨੇ। ਇੱਕ ਮੈਂ ਐਗਜ਼ਾਮਪਲ ਦੇਵਾਂਗਾ, ਬੈਂਗਲੌਰ ਦੇ ਵਿੱਚ ਉੱਥੇ ਇੱਕ ਅਰਬਨ ਕਿਸਾਨ ਕੰਪਨੀ ਹੈਗੀ ਆ, ਉਹਨਾਂ ਨੇ ਵੀ ਇਹ ਪ੍ਰੋਜੈਕਟ ਸ਼ੁਰੂ ਕੀਤਾ ਹੈ ਇਨਡੋਰ। ਉਹਨਾਂ ਨੇ ਆਪਣੇ ਰਿਟੇਲ ਆਊਟਲੈਟ ਦੀ ਬੈਕ ਸਾਈਡ 'ਤੇ ਇਹ ਪ੍ਰੋਜੈਕਟ ਲਗਾਇਆ ਤੇ ਲੋਕੀ ਦੇਖਦੇ ਨੇ, ਚੂਜ਼ ਕਰਦੇ ਨੇ, ਸਿਲੈਕਟ ਕਰਦੇ ਨੇ ਤੇ ਆਪਣਾ ਪਰਚੇਜ਼ ਕਰਕੇ ਘਰ ਲੈ ਕੇ ਜਾਂਦੇ ਨੇ। ਆਜੋ ਪ੍ਰਿਤਪਾਲ ਜੀ, ਬਾਹਰ ਵੀ ਤੁਹਾਡਾ ਫਾਰਮ, ਉਧਰ ਪੋਲੀ ਹਾਊਸ, ਉਧਰ ਵੀ ਆਪਾਂ ਵਿਜ਼ਿਟ ਕਰਦੇ ਹਾਂ। ਤੇ ਵੀਰ ਜੀ ਇੱਧਰ ਤੁਸੀਂ ਪੋਲੀ ਹਾਊਸ ਵੀ ਲਾਇਆ ਹੋਇਆ, ਇਹ ਕਿੰਨੇ ਏਕੜ 'ਚ? ਇਹ 1 ਏਕੜ 'ਚ ਹੈ ਜੀ। ਅੰਦਰ ਵੀ ਹੁਣ ਹੈ ਕੁਝ? ਹਾਂਜੀ, ਕਲਰਡ ਕੈਪਸਿਕਮ ਲੱਗੀ ਹੋਈ ਹੈ ਜੀ। ਪਹਿਲਾਂ ਜੋ ਆਪਾਂ ਤੁਹਾਡਾ ਇੱਧਰ ਕਹਿ ਦਈਏ ਕਿਸਾਨਾਂ ਜੱਟ ਜ਼ਿਮੀਂਦਾਰਾਂ ਦਾ ਜਹਾਜ਼ ਦੇਖ ਲਈਏ, ਇਹ ਮਤਲਬ ਬੜਾ ਪੁਰਾਣਾ ਸਾਂਭਿਆ ਹੋਇਆ ਤੁਸੀਂ। ਇਹ HI ਕਿ IH? IH ਹੈ ਜੀ, ਇੰਟਰਨੈਸ਼ਨਲ ਹਾਰਵੈਸਟਰ ਹੈ ਜੀ। ਇਹ 1971 ਮਾਡਲ ਹੈ, 1971 ਮਾਡਲ, ਮੇਡ ਇਨ ਇੰਗਲੈਂਡ। ਇਹ ਇੰਪੋਰਟ ਕਰਵਾਇਆ ਸੀਗਾ ਜੀ ਦਾਦਾ ਜੀ ਇਹਨਾਂ ਨੇ 50 ਸਾਲ ਪਹਿਲਾਂ। ਤੇ ਉਹ ਚੀਜ਼ ਫਿਰ ਉਹਨਾਂ ਦੀ ਬਜ਼ੁਰਗਾਂ ਦੀ ਨਿਸ਼ਾਨੀ ਸਾਂਭ ਕੇ ਰੱਖੀ ਹੋਈ ਹੈ ਜੀ। ਪੂਰੀ ਤਰ੍ਹਾਂ ਸੰਭਾਲੀ ਪਈ ਹੈ, ਪੂਰਾ ਚਮਕ ਰਿਹਾ ਹੈ। ਹਾਂਜੀ ਹਾਂਜੀ। ਤੇ ਪਹਿਲਾਂ ਤਾਂ ਕਾਫੀ ਦੇਰ ਖੜਾ ਸੀ ਕਿਉਂਕਿ ਨਵਾਂ ਟਰੈਕਟਰ ਲੈ ਲਏ ਸੀਗੇ। ਫਿਰ ਮੈਂ ਸੋਚਿਆ ਯਾਰ ਕਿ ਘਰ ਦੀ ਚੀਜ਼ ਹੈ, ਐਵੇਂ ਖੜੀ ਕਿਸੇ ਯੂਜ਼ 'ਚ ਵੀ ਨਹੀਂ ਆ ਰਹੀ, ਤਾਂ ਇਹਨੂੰ ਦੁਬਾਰਾ ਤਿਆਰ ਕਰਾ ਕੇ ਹੁਣ ਇਹ ਤੋਂ ਕੰਮ ਵੀ ਲੈ ਲਈਦਾ ਜੀ। ਤੇ ਨਿੱਕੇ ਮੋਟੇ ਕੰਮ ਵਧੀਆ ਕਰਦਾ। ਪਾਵਰ ਦਾ ਇਹ 37.5 ਹਾਰਸ ਪਾਵਰ ਹੈ ਜੀ। ਤੇ 71 ਦਾ ਇੰਗਲੈਂਡ ਤੋਂ ਇੰਪੋਰਟ ਹੋਇਆ, ਇੰਟਰਨੈਸ਼ਨਲ IH ਹਾਰਵੈਸਟਰ। ਹਾਂਜੀ,
ਇਹ 276 ਮਾਡਲ ਹੈ ਜੀ, ਮਤਲਬ 276 ਆਉਂਦਾ ਸੀ ਮਾਡਲ ਨੰਬਰ। ਇਹ 37.5 ਹਾਰਸ ਪਾਵਰ ਹੈ। ਜਿਹੜੀ ਮਹਿੰਦਰਾ 275 ਆਉਂਦਾ ਸੀ ਉਹ ਇਹਨੂੰ ਦੇਖ ਕੇ ਬਣੇ ਸੀਗੇ ਮਹਿੰਦਰੇ। ਹਾਂਜੀ, ਇਹ ਪੂਰੇ ਦੇ ਪੂਰੇ ਉਧਰੋਂ ਇੰਪੋਰਟ ਹੋ ਕੇ ਆਏ ਸੀ ਇੰਗਲੈਂਡ ਤੋਂ, ਔਰ ਇਹ ਸਾਰਾ ਸਮਾਨ ਇਹਦਾ ਨਾਲ ਦਾ ਜੀ। ਤੇ ਹੁਣ ਸਿਰਫ ਮੈਂ ਇਹਦੇ ਮੀਟਰ ਇੰਗਲੈਂਡ ਤੋਂ ਮੰਗਵਾਏ ਸੀਗੇ ਜਦੋਂ ਮੈਂ ਤਿਆਰ ਕਰਵਾਇਆ। ਹਾਂਜੀ ਹਾਂਜੀ। ਇਹ ਚ ਹੈ ਚਾਬੀ, ਸੈਲਫ ਮਾਰ ਕੇ ਦਿਖਾਉਂਗੇ? ਹਾਂਜੀ, ਮਾਰਿਓ ਮੜੇ ਜੀ। ਦੇਖੋ ਤਾਂ ਆਵਾਜ਼ ਕਿਹੋ ਜੀ ਆਉਂਦੀ ਆ। ਆਵਾਜ਼ ਵੀ ਬੜੀ ਸਮੂਥ ਹੈ। ਆਵਾਜ਼ ਬਹੁਤ ਵਧੀਆ ਜੀ ਇਹਦੀ, ਮਤਲਬ ਸਾਡੀ ਉਹ ਰੇਸ ਮਾੜੀ ਦੁਆਰਾ। ਕੋਈ ਨਹੀਂ ਲੱਗਦਾ ਵੀ 37 ਦਾ ਚੰਗੇ ਵੱਡੇ ਇੰਜਣ ਵਾਂਗੂ। ਬਿਲਕੁਲ ਜੀ, ਬਿਲਕੁਲ ਕੰਮ ਵਧੀਆ ਕਰਦਾ ਜੀ। ਇਹਨਾਂ ਦਾ ਤੇਲ ਬਹੁਤ ਹਿਸਾਬ ਦਾ ਪੈਂਦਾ। ਹੁਣ ਅੱਜ ਕੱਲ੍ਹ ਕਿਉਂਕਿ ਜ਼ਮਾਨਾ ਇਹੋ ਜਿਹਾ ਆ ਗਿਆ ਕਿ ਸਾਨੂੰ ਵੱਡੇ ਟਰੈਕਟਰਾਂ ਦੀ ਜ਼ਿਆਦਾ ਲੋੜ ਪੈਂਦੀ ਹੈ, ਕਿਉਂਕਿ ਇਹ ਵੱਡੇ ਸੰਦ ਖਿੱਚਦੇ ਨਹੀਂ। ਪਰ ਛੋਟੇ ਕੰਮਾਂ ਵਾਸਤੇ ਟਰੈਕਟਰ ਬਹੁਤ ਸੋਹਣਾ ਹੈ ਜੀ। ਤੇਲ ਦੀ ਕੰਜ਼ੰਪਸ਼ਨ ਬਹੁਤ ਜ਼ਿਆਦਾ ਘੱਟ ਹੈ ਇਹਦੀ। ਆਹ ਇਹਦੇ ਦੇਖ ਜਿਵੇਂ ਚਲੋ ਡਰਾਈਵਰਾਂ ਪਾਉਣ ਨੂੰ ਤੇ ਆਹ ਲੱਗ ਤੋਂ ਇਹਦੇ ਥੱਲੇ ਹੁੱਕ ਲਾਈ ਹੋਈ ਹੈ। ਇਹ ਪਹਿਲਾਂ ਨਹੀਂ, ਇਹਦਾ ਜਿਹੜਾ ਜਦੋਂ ਇਹ ਆਇਆ ਸੀਗਾ ਤਾਂ ਇਹਦੀ ਹੁੱਕ ਥੱਲੇ ਆਈ ਸੀਗੀ। ਅੱਛਾ। ਤੇ ਕਿਉਂਕਿ ਬਾਹਰ ਜ਼ਿਆਦਾ ਹੁੱਕਾਂ ਨੀਚੇ ਪੈਂਦੀਆਂ ਨੇ, ਤਾਂ ਫਿਰ ਉਹ ਚੇਂਜ ਕਰਾ ਕੇ ਅਸੀਂ ਬਾਅਦ ਚ ਲਵਾਈ ਸੀਗੀ ਇਹ, ਕਿਉਂਕਿ ਟਰਾਲੀ ਥੋੜਾ ਜਿਹਾ ਲੀਵਰ ਜ਼ਿਆਦਾ ਬਣਦਾ ਸੀਗਾ, ਝੂਟਾ ਜ਼ਿਆਦਾ ਪੈਂਦਾ ਸੀਗਾ ਥੱਲੇ, ਤਾਂ ਕਰਕੇ ਹੁੱਕ ਉੱਤੇ ਲਵਾਤੀ ਸੀ। ਹੁਣ ਇਹਦੇ ਮੜਗਾੜ ਵੀ ਦੇਖੋ ਨਾਲ ਦੇ ਹੀ ਨੇ। ਨਹੀਂ ਆਮ ਤੌਰ ਤੇ ਚਾਦਰ ਇੰਨੀ 50 ਸਾਲ ਕੱਢਦੀ ਨਹੀਂ ਲੋਹਾ, ਪਰ ਇਹ ਨਾਲ ਦੇ ਮੜਗਾੜ ਨੇ। ਇਹਦੇ ਸ਼ੋਅ ਵੀ ਨਾਲ ਦੀ ਹੈ, ਮਤਲਬ ਕੋਈ ਚੇਂਜ ਨਹੀਂ ਹੈਗਾ। ਇੰਜਨ ਪੰਪ, ਅੱਛਾ ਇਹਦਾ ਰੂਟਰੀ ਪੰਪ ਹੈ ਜੀ। ਆਪਣੇ ਇੱਥੇ ਟਰੈਕਟਰਾਂ 'ਚ ਰੂਟਰੀ ਪੰਪ ਹੁਣ ਆਉਣ ਲੱਗੇ ਨੇ। ਇਹਦਾ 50 ਸਾਲ ਪਹਿਲਾਂ ਰੂਟਰੀ ਪੰਪ ਆ ਗਿਆ ਸੀਗਾ। 4 ਫਾਰਵਰਡ ਨੇ ਜੀ। ਹਾਂਜੀ ਲੋ ਹਾਈ ਉਹ ਸਾਰੇ ਮਤਲਬ। ਹਾਂਜੀ 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 ਹਾਂਜੀ। 276 ਮਾਡਲ ਬੜੀ ਕਮਾਲ ਦੀ ਚੀਜ਼ ਸਾਹਮਣੇ। ਹਾਂਜੀ ਹਾਂਜੀ, ਕਰਮ ਵਾਲਾ ਲੋਹਾ ਆਇਆ ਹੋਇਆ ਜੀ ਸਾਡੇ ਘਰੇ। ਹਾਂਜੀ, ਸਭ ਕੁਝ ਇਹਦੇ ਸਿਰ ਤੋਂ ਹੀ ਬਣਾਇਆ ਸੀਗਾ। ਮਤਲਬ ਪਹਿਲੇ ਦਿਨ ਤੋਂ ਸਾਰਾ ਕੁਝ ਨਹੀਂ ਸੀਗਾ, ਹੌਲੀ ਹੌਲੀ ਕਰਦੇ ਬਣਾਇਆ ਜੀ। ਚੱਲਦਾ ਜੀ, ਚੱਲਦਾ, ਬਿਲਕੁਲ ਚੱਲਦਾ ਜੀ। ਆ ਜਾਓ ਕਰ ਦੋ ਬੰਦ ਨੂੰ, ਆਪਾਂ ਅੰਦਰ ਚੱਲਦੇ ਹਾਂ। ਤੇ ਇੱਧਰ ਫਿਰ ਤੋਂ ਆ ਜੀ ਤੁਸੀਂ ਮਤਲਬ ਸ਼ਿਮਲਾ ਮਿਰਚ ਕਲਰਫੁਲ ਕੈਪਸਿਕਮ ਵਾਲਾ ਪੰਗਾ ਲਿਆ ਹੋਇਆ ਇੱਧਰ ਹੈ। ਹਾਂਜੀ, ਕਿਉਂਕਿ ਇਹ ਵੀ ਇੱਕ ਐਗਜ਼ੋਟਿਕ ਕ੍ਰੌਪ ਹੈ ਜੀ, ਤੇ ਇਹ ਵੀ ਸਾਡੇ ਸੈਲਡ ਬਾਕਸਿਸ ਨਾਲ ਇਹਦਾ ਕੰਬੀਨੇਸ਼ਨ ਅਸੀਂ ਬਣਾਏ ਹੋਏ ਨੇ, ਤੇ ਇਹ ਵੀ ਸਾਡੇ ਫਿਰ ਸੈਲਡ ਬਾਕਸਿਸ ਦੇ ਨਾਲ ਹੀ ਜਾਂਦੀ ਹੈ ਜੀ। ਤੇ ਮਤਲਬ ਹਜੇ ਹੁਣ ਥੋੜੀ ਬਹੁਤੀ ਰਹਿ ਗਈਆਂ ਬਲਾ ਇਹ ਹੈ। ਹਾਂਜੀ, ਹੁਣ ਨਹੀਂ ਬਲਾ ਲਗਭਗ ਹਾਰਵੈਸਟ ਮਤਲਬ ਹੋਏ ਗਈਆਂ ਲਗਭਗ ਤੁਹਾਡੀ ਸਾਰੀਆਂ ਹਨਾ। ਹਾਂਜੀ, ਹੋ ਜਾਣਗੇ। ਹੁਣ ਆ ਵੀ ਦੇਖੋ ਕਲਰ ਚੇਂਜ ਹੋ ਗਏ ਨੇ ਜੀ ਇਹਨਾਂ ਦੇ। ਜੀ ਜੀ, ਬਸ ਹੁਣ ਹਾਰਵੈਸਟ ਲਈ ਤਿਆਰ ਨੇ ਜੀ। ਤੇ ਫਿਰ ਪੋਲੀ ਹਾਊਸ ਤੇ ਹਾਈਡਰੋਪੋਨਿਕ ਦਾ ਕੰਪੈਰੀਜ਼ਨ ਕਿੱਦਾਂ ਕਰਦੇ ਹੋ? ਦੇਖੋ ਜੀ, ਹੈਗੀ ਉਹ ਵੀ ਪ੍ਰੋਟੈਕਟਡ ਕਲਟੀਵੇਸ਼ਨ ਹੈ, ਹੈਗੀ ਇਹ ਵੀ ਪ੍ਰੋਟੈਕਟਡ ਕਲਟੀਵੇਸ਼ਨ ਹੈ। ਮਤਲਬ ਉਹ ਇਹ ਇੱਧਰ ਪਲਾਂਟ ਥੋੜਾ ਹੋਰ ਹਿਸਾਬ ਨਾਲ ਚੱਲੇਗਾ, ਇੱਥੇ ਇਹਦੀ ਬਾਇਓਲੋਜੀ ਹੋਰ ਰਹੇਗੀ, ਉੱਥੇ ਹੋਰ ਰਹੇਗੀ। ਟੋਟਲੀ ਡਿਫਰੈਂਟ ਹੈ, ਆਪੋਜ਼ਿਟ ਡਿਫਰੈਂਟ ਹੈ, ਇਹ ਵੀ ਡਿਫਰੈਂਟ ਹੈ ਜੀ। ਇਹ ਸੋਇਲ 'ਚ ਨੇ। 3 ਸਟੈਪ ਹੋ ਗਏ, ਇੱਕ ਬਾਹਰ ਵਾਲੀ, ਇੱਕ ਪੋਲੀ ਹਾਊਸ ਵਾਲੀ, ਤੇ ਉਹ ਤੋਂ ਅਪਗ੍ਰੇਡ ਹਾਊਸ। ਹਾਂਜੀ, ਉਹ ਪੂਰੀ ਆਟੋਮੈਟਿਕ ਹੋ ਗਈ ਜੀ। ਇਹਦੇ ਵਿੱਚ ਇਹ ਹੈ ਕਿ ਸਾਨੂੰ ਬਾਕੀ ਦੇ ਜਿਹੜੇ ਜਿਵੇਂ ਆਫ ਸੀਜ਼ਨ ਦੇ ਵਿੱਚ ਆਪਾਂ ਕ੍ਰੌਪਸ ਲੈ ਸਕਦੇ ਹਾਂ। ਹਾਂਜੀ, ਇਹ ਮਤਲਬ ਪੜ੍ਹੇ ਲਿਖੇ ਵਾਲਾ ਹੀ ਕੰਮ ਆ ਇਹ। ਉਹ ਦੂਜੀ ਕਹਿ ਦਈਏ ਬੱਟਾਂ ਤੇ ਕਹੀਆਂ ਵਾਲੀ, ਜੱਟ ਵੈੜ ਪੁਣੇ ਵਾਲੀ ਧੱਕੜ ਖੇਤੀ ਨਹੀਂ ਹੈਗੀ। ਧੱਕੜ ਖੇਤੀ ਦਾ ਨਹੀਂ ਕਹਿ ਸਕਦੇ ਜੀ, ਆਪਣੇ ਜੱਟ ਪੁਣੇ ਵਾਲੀ ਦਾ ਨਹੀਂ ਹੈਗੀ ਇਹ। ਪਰ ਹਾਂ ਇਹ ਹੈ ਕਿ ਇਹ ਇੰਟਰਸਟ ਨਾਲ ਹੀ ਹੁੰਦੀ ਹੈ। ਜਿਹੜੇ ਬੰਦਿਆਂ ਨੂੰ ਇੰਟਰਸਟ ਨੇ, ਜਿਹੜੇ ਫਾਰਮਰਸ ਨੂੰ ਇੰਟਰਸਟ ਹੈਗਾ ਇਸ ਕ੍ਰੌਪ ਦਾ, ਇਸ ਖੇਤੀ ਦਾ, ਉਹੀ ਇਹ ਚੀਜ਼ ਨੂੰ ਕਾਮਯਾਬ ਕਰ ਪਾਏ ਨੇ। ਫਿਰ ਹੁਣ ਆਪਣਾ ਕੋਈ ਆਊਟਲੈਟ ਖੋਲ੍ਹਣ ਬਾਰੇ ਨਹੀਂ ਸੋਚਿਆ? ਅਜੇ ਤੱਕ ਤਾਂ ਨਹੀਂ ਜੀ। ਮਤਲਬ ਇੱਕ ਵਾਰੀ ਜਦੋਂ ਕਸਟਮਰਸ ਦਾ ਬੇਸ ਕੋਈ ਜ਼ਿਆਦਾ ਵੱਡਾ ਬਣ ਜਾਏਗਾ ਚੰਡੀਗੜ੍ਹ ਟਰਾਈ ਸਿਟੀ ਦੇ ਵਿੱਚ, ਕਿਉਂਕਿ ਉਹੀ ਸਾਡੀ ਮਾਰਕੀਟ ਹੈ, ਫਿਰ ਜ਼ਰੂਰ ਇਸ ਬਾਰੇ ਸੋਚਾਂਗੇ ਉੱਥੇ ਆਊਟਲੈਟ ਖੋਲ੍ਹਣ ਦੀ। ਉਹੀ ਗੱਲ ਹੈ ਜੀ, ਵੀ ਵੱਧਦਾ ਜਾਵੇ। ਆਪਾਂ ਜਦੋਂ ਆ ਤੁਹਾਡੀ ਤਰੱਕੀ ਦੇਖਦੇ ਹਾਂ, ਫਿਰ ਹੋਰ ਵੀ 4 ਬੰਦੇ ਮਾੜੇ ਜਿਹੇ ਉਤਸ਼ਾਹਿਤ ਹੁੰਦੇ ਨੇ ਵੀ ਉਹ ਕਰਦਾ ਸੀ, ਆਪਣੇ ਦੇਖਾ ਰੇਖੀ ਥੋੜ੍ਹਾ ਜਿਹਾ ਕਰ ਲੈਂਦੇ ਨਾ ਥੋੜ੍ਹੇ ਜਿਹੇ। ਹਾਂਜੀ, ਨਹੀਂ ਸਟੈਪ ਬਾਈ ਸਟੈਪ ਚੱਲਾਂਗੇ ਜੀ। ਐਵੇਂ ਮਤਲਬ ਹੋਸ਼ੇ ਬਣੇ ਜਾ ਕੇ ਨਹੀਂ ਕੁਝ ਕਰਾਂਗੇ। ਤੇ ਪਰਮਾਤਮਾ ਮਿਹਰ ਕਰੇ, ਬੇਬੀ ਸਟੈਪਸ ਲੈ ਰਹੇ ਹਾਂ, ਹੌਲੀ ਹੌਲੀ ਅੱਗੇ ਵਧਾਵਾਂਗੇ ਇਹਨੂੰ। ਹਾਂਜੀ, ਸਾਡੀਆਂ ਵੀ ਦੁਆਵਾਂ ਨੇ ਜੀ, ਇੱਦਾਂ ਹੀ ਤੁਸੀਂ ਮਤਲਬ ਵਧਦੇ ਰਹੋ, ਕੰਮ ਨੂੰ ਵਧਾਉਂਦੇ ਰਹੋ। ਤੇ ਕਿਉਂਕਿ ਅੱਜ ਲੋੜ ਹੈਗੀ ਆ ਹੈ ਨਾ, ਵੀ ਇੱਕ ਆਪਸ਼ਨ ਤਾਂ ਆਪਾਂ ਲੈ ਕੇ ਚੱਲੀਏ ਵੀ ਇਹਨੂੰ ਆਪਾਂ ਇੰਪਰੂਵ ਕਿੱਦਾਂ ਕਰਨਾ। ਤੇ ਪ੍ਰਿਤਪਾਲ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਇਸ ਸਾਰੀ ਗੱਲਬਾਤ ਲਈ ਤੇ ਸਮਾਂ ਦੇਣ ਲਈ। ਥੈਂਕ ਯੂ ਬਾਈ ਜੀ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਪ੍ਰਿਤਪਾਲ ਸਿੰਘ ਵੀਰ ਜੀ ਦੇ ਨਾਲ। ਦੇਖਿਆ ਕਿ ਕਿਵੇਂ ਉਹ ਮਿੱਟੀ ਤੋਂ ਬਿਨਾਂ ਜਿਹੜੀ ਖੇਤੀ ਕਰਦੇ ਨੇ,
ਭਾਵੇਂ ਉਸ ਦੇ ਵਿੱਚ ਕਹਿ ਦਈਏ ਮਿੱਟੀ ਨਹੀਂ ਹੈਗੀ, ਪਰ ਜਿਹੜੇ ਤੁਹਾਡੇ ਇਰਾਦੇ ਨੇ ਉਹ ਬਹੁਤ ਜ਼ਿਆਦਾ ਮਜ਼ਬੂਤ ਨੇ। ਇਹੀ ਤੁਹਾਡੇ ਜਿਹੜੇ ਇਰਾਦੇ ਨੇ, ਤੁਹਾਡਾ ਕੰਮ ਕਰਨ ਦੀ ਇੱਕ ਮਿਹਨਤ ਹੈ, ਸਿਰੜ ਆ, ਉਹੀ ਤੁਹਾਨੂੰ ਕਾਮਯਾਬ ਕਰ ਸਕਦਾ। ਗੱਲ ਇਹੀ ਹੈ ਕਿ ਪੰਜਾਬ ਦੇ ਕਿਸਾਨ ਕੀ ਨਹੀਂ ਕਰ ਸਕਦੇ, ਬਸ ਲੋੜ ਹੁੰਦੀ ਹੈ ਸਾਨੂੰ ਇੱਕ ਬਦਲ ਦੀ, ਇੱਕ ਹੌਸਲੇ ਦੀ। ਪੂਰੀ ਗੱਲਬਾਤ ਕੀਤੀ ਹੈ, ਪਰ ਕਿਤੇ ਮੈਨੂੰ ਇਹ ਲੱਗਿਆ ਕਿ ਸਰਕਾਰਾਂ ਦੇ ਵੱਲੋਂ ਦੇਖ ਲਓ, ਅਦਾਰਿਆਂ ਦੇ ਵੱਲੋਂ, ਖੇਤੀਬਾੜੀ ਅਦਾਰਿਆਂ ਵੱਲੋਂ ਇਸ ਤਰੀਕ ਦੀ ਕੋਈ ਪਹਿਲ ਕਦਮੀ ਨਹੀਂ ਕੀਤੀ ਜਾਂਦੀ। ਪਹਿਲਾਂ ਕਿਸਾਨ ਆਪਣੇ ਬਲਬੂਤੇ 'ਤੇ ਮਿਹਨਤ ਕਰਦੇ ਨੇ, ਅਤੇ ਜਦੋਂ ਫਿਰ ਉਹ ਕਾਮਯਾਬ ਹੋ ਜਾਂਦੇ ਨੇ, ਅਤੇ ਫਿਰ ਜਾ ਕੇ ਜਿਹੜੀਆਂ ਯੂਨੀਵਰਸਿਟੀਆਂ ਨੇ ਜਾਂ ਸਰਕਾਰੀ ਅਦਾਰੇ ਨੇ, ਖੇਤੀਬਾੜੀ ਵਿਭਾਗ ਆ, ਉਹ ਫਿਰ ਖਬਰਸਾਰ ਲੈਣ ਲਈ ਆ ਜਾਂਦਾ। ਕਈ ਕਿਸਾਨਾਂ ਦਾ ਇਹ ਵੀ ਦੋਸ਼ ਹੁੰਦਾ ਕਿ ਉਹ ਸਾਡੇ ਕੋਲ ਜੀ ਖਬਰਸਾਰ ਲੈਣ ਵੀ ਨਹੀਂ ਆਏ। ਤਾਂ ਗੱਲ ਇਹ ਹੈ ਕਿ ਸਰਕਾਰਾਂ ਨੂੰ ਵੀ ਜਿਹੜੇ ਖੇਤੀਬਾੜੀ ਅਦਾਰੇ ਆ, ਉਹਨਾਂ ਨੂੰ ਵੀ ਇੱਕ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਦੋਂ ਇਹੋ ਜਿਹੇ ਨੌਜਵਾਨ ਇੱਕ ਵੱਖਰੀ ਵਿਲੱਖਣ ਖੇਤੀ ਵੱਲ ਆਉਂਦੇ ਨੇ, ਤਾਂ ਉਹਨਾਂ ਨੂੰ ਫਾਈਨੈਂਸ਼ੀਅਲੀ, ਮਾਰਕੀਟਿੰਗ ਦੇ ਵਿੱਚ ਉਹਨਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ। ਸੋ ਉਮੀਦ ਕਰਦਾ ਕਿ ਦਰਸ਼ਕਾਂ ਨੇ ਇਸ ਪੂਰੀ ਗੱਲਬਾਤ ਦਾ ਆਨੰਦ ਮਾਣਿਆ ਹੋਵੇਗਾ ਅਤੇ ਜਾਣਿਆ ਹੋਵੇਗਾ ਕਿ ਇੱਕ ਸੁਨੇਹਾ ਜਿਹੜਾ ਉਹ ਪ੍ਰਿਤਪਾਲ ਜੀ ਵੱਲੋਂ ਦਿੱਤਾ ਜਾ ਰਿਹਾ ਕਿ ਤੁਸੀਂ ਗੱਲ ਭਾਵੇਂ ਅਮਰੀਕਾ, ਕੈਨੇਡਾ ਜਾਣ ਦੀ ਕਰਦੇ ਹੋ, ਪਰ ਜੇਕਰ ਤੁਸੀਂ ਇੱਥੇ ਹੀ ਕਾਮਯਾਬ ਹੋਣਾ ਹੈ ਤਾਂ ਤੁਹਾਨੂੰ ਕੰਮ ਕਰਨਾ ਪੈਣਾ, ਮਿਹਨਤ ਕਰਨੀ ਪੈਣੀ ਹੈ ਅਤੇ ਆਪਣੇ ਢੰਗ ਤਰੀਕਿਆਂ ਨੂੰ ਬਦਲਣਾ ਪੈਣਾ। ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਅਤੇ ਹੁਣ ਅਸੀਂ ਬਾਈ ਜੀ ਉਹਨਾਂ ਦੇ ਜਿਹੜੇ ਇੰਟਰਨੈਸ਼ਨਲ ਹਾਰਵੈਸਟ ਇਹਦੇ ਦਈਏ ਗੇੜਾ, ਅਤੇ ਤੁਸੀਂ ਮਾਣੋ ਦੂਜੇ ਪ੍ਰੋਗਰਾਮ ਦਾ ਆਨੰਦ, ਅਤੇ ਅਸੀਂ ਮਾਰੀ ਇਸ 'ਤੇ ਗੇੜੀ। ਸਤਿ ਸ਼੍ਰੀ ਅਕਾਲ।